जी वाहिगुरु जी का खालसा वाहिगुरु जी की फतेह जी। मेरा नाम हरमिंदर सिंह है जी। ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਇਸ ਦਾ ਨਾਮ ਹੈ ਟਿਪਸ ਫॉर ਗੁੱਡ ਲਾਈਫ ਵਾਇਸ ਆਫ ਮਾਨਵਤਾ ਦੇ ਸਰ ਮੇਘਰਾਜ ਸਿੰਘ ਹੁਣਾਂ ਦੀ ਕੋਆਰਡੀਨੇਸ਼ਨ ਦੇ ਨਾਲ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਸੋ ਜਿੰਨੇ ਵੀ ਮਾਈ ਭਾਈ ਦਰਸ਼ਕ ਜਿਹੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਾਡੇ ਨਾਲ ਹਾਜ਼ਰ ਹੋਏ ਨੇ, ਸਾਰਿਆਂ ਨੂੰ ਜੀ ਆਇਆਂ, ਵੈਲਕਮ ਟੂ ਦਾ ਪ੍ਰੋਗਰਾਮ। ਐਂਡ ਸਾਡੇ ਕੋਲੇ ਸਪੀਕਰਸ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਇਹਨਾਂ ਦੇ ਜਿਹੜੇ ਵਿਊਜ਼ ਅਸੀਂ ਸੁਣਾਂਗੇ। ਅਸੀਂ ਪਿਛਲੀ ਦਫਾ ਸਾਡੇ ਟੌਪਿਕ ਡਿਸਾਈਡ ਕੀਤਾ ਸੀ, ਉਹ ਹੈ ਇਤਿਹਾਸ ਦੇ ਪੰਨਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਗੁਰਗੱਦੀ ਦਾ ਜਿਹੜਾ ਲੀਡਰਸ਼ਿਪ ਦਾ ਮਾਡਲ ਹੈ ਗੁਰਮਤ ਦੇ ਵਿੱਚ, ਉਹਦੇ ਬਾਰੇ ਵਿਚਾਰ ਕਰਨੀ ਹੈ ਅੱਜ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋਤੀ ਜੋਤ ਸਮਾਏ, ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰਗੱਦੀ ਦਿੱਤੀ, ਗੁਰੂ ਅਮਰਦਾਸ ਜੀ ਮਹਾਰਾਜ ਜੋਤੀ ਜੋਤ ਸਮਾਏ, ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗੱਦੀ ਦਿੱਤੀ। ਸਿੱਖ ਧਰਮ ਦੇ ਵਿੱਚ ਜਿਹੜੀ ਗੱਦੀ ਸੀ, ਉਹ ਗੱਦੀ ਮਿਲਣ ਦੇ ਕਾਰਨ ਕੀ ਸੀ, ਉਹ ਗੱਦੀ ਦੇ ਵਿੱਚ ਕਿਹੋ ਜਿਹੀ ਵਿਉਂਤਬਿੰਦੀ ਆਈ, ਉਹ ਗੱਦੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਲੀਡਰਸ਼ਿਪ ਸਕਿੱਲ ਸੈਟਸ ਜਿਹੜੀਆਂ ਸੀਗੀਆਂ ਗੁਰੂ ਮਹਾਰਾਜ ਨੇ ਉਹ ਦੇਖੀਆਂ ਜਾਂ ਉਹ ਇੰਸਟਿਲ ਕੀਤੀਆਂ, ਤਾਂ ਕਿ ਉਹ ਐਸਾ ਲੀਡਰ ਕੌਮ ਦਾ ਹੋਵੇ ਜਿਹੜਾ ਕੌਮ ਨੂੰ ਸਹੀ ਰੋਸ਼ਨਾਈ ਦੇ ਸਕੇ, ਰਹਿਨੁਮਾਈ ਕਰ ਸਕੇ, ਅਗਵਾਈ ਦੇ ਸਕੇ ਉਹਨਾਂ ਨੂੰ, ਹੈ ਜੀ, ਇੱਕ ਆਪਦੇ ਲੋਕਾਂ ਨੂੰ, ਆਪਦੇ ਸੇਵਾਦਾਰਾਂ ਨੂੰ, ਸ਼ਰਧਾਲੂਆਂ ਨੂੰ, ਸੰਗਤਾਂ ਨੂੰ, ਉਹ ਸਿੱਖ ਸਮਾਜ ਨੂੰ। ਸੋ ਉਹਦੇ ਬਾਰੇ ਤੇ ਨਾਲੇ ਐਟ ਦਾ ਸੇਮ ਟਾਈਮ ਉਹਦੇ ਨਾਲ ਨਾਲ ਤੁਸੀਂ ਦੇਖੋ ਵੀ ਜਦੋਂ ਜੋਤੀ ਜੋਤ ਪਹਿਲੇ ਪਾਤਸ਼ਾਹ ਸਮਾਉਂਦੇ ਨੇ, ਤੀਸਰੇ ਪਾਤਸ਼ਾਹ ਸਮਾਉਂਦੇ ਨੇ, ਇੱਕ ਪਾਸੇ ਤਾਂ ਗੁਰਗੱਦੀ ਦੇ ਜਾਂਦੇ ਨੇ, ਸਕਸੈਸ਼ਨ ਪਲੈਨਿੰਗ ਵੀ ਐਸਟੈਬਲਿਸ਼ ਕਰਤੀ, ਦੂਜੇ ਪਾਸੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਰਹੇ ਨੇ। ਇਹ ਭਾਣਾ ਮੰਨਣਾ ਜਦੋਂ ਲੋਕੀ ਪਰਿਵਾਰਾਂ 'ਚ ਵੀ ਇਸ 'ਚ ਹੋ ਜਾਂਦੇ ਆ ਨਾ ਜੀ, ਭਾਣੇ ਵਾਪਰਦੇ ਆ, ਘਰ ਘਰ ਇਹੋ ਪਹੁੰਚ ਆਸਰ ਦੇ ਨਿਤ ਪਵਨ। ਅਸੀਂ ਉਸ ਉਹਨਾਂ ਹਾਲਾਤਾਂ ਦੇ ਵਿੱਚ ਕਿਵੇਂ ਗੁਜ਼ਰਨਾ ਹੈ, ਕਿਵੇਂ ਆਪਣੇ ਜੀਵਨ ਦੇ ਵਿੱਚ ਜਿਹੜੀਆਂ ਉਹਨਾਂ ਚੀਜ਼ਾਂ ਨੂੰ ਲੈ ਕੇ ਆਉਣਾ, ਇਹਦਾ ਸਾਡਾ ਵਿਸ਼ਾ ਹੈ ਜੀ। ਸੋ ਅੱਜ ਦੇ ਜਿੰਨੇ ਵੀ ਸਪੀਕਰ ਤੁਸੀਂ ਆਏ ਹੋਏ ਆ, ਸਾਰਿਆਂ ਨੂੰ ਜੀ ਆਇਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਇਸ ਵਿਸ਼ੇ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਆਪਣੇ ਆਪਣੇ ਵਿਚਾਰ ਦੱਸਣੇ ਜੀ। ਉਸ ਤੋਂ ਪਹਿਲਾਂ ਅਸੀਂ ਹੋਰ ਵੀ ਅੱਜ ਦੋ ਕਵਿਤਾਵਾਂ ਨੇ। ਪਹਿਲਾਂ ਸਭ ਤੋਂ ਪਹਿਲਾਂ ਤਾਂ 12 ਸਤੰਬਰ ਦੇ ਦਿਨ 12 ਸਤੰਬਰ 1897 ਵਿੱਚ ਸਾਰਾਗੜੀ ਦਾ ਜਿਹੜਾ ਸਾਕਾ ਹੋਇਆ ਸੀ, ਜਿਹੜੀਆਂ ਕਿ UNO ਦੇ ਮੁਤਾਬਕ ਜਿਹੜੀਆਂ 8 ਬਿਗੇਸਟ ਬੈਟਲਸ ਨੇ ਉਹਨਾਂ ਵਿੱਚੋਂ ਸਾਰਾਗੜੀ ਦੀ ਇੱਕ ਵਨ ਆਫ ਦਾ ਬੈਟਲਸ ਹੈ। ਸੋ ਉਹਦੇ ਉੱਤੇ ਡਾਕਟਰ ਇੰਦਰਜੀਤ ਸਿੰਘ ਜੀ ਵਾਸੂ ਕਵਿਤਾ ਸੁਣਾਉਣਗੇ। ਉਸ ਤੋਂ ਬਾਅਦ ਬੀਬੀ ਦਲਜੀਤ ਕੌਰ ਕਵਿਤਾ ਸੁਣਾਊਗੀ ਗੁਰੂ ਰਾਮਦਾਸ ਜੀ ਦੇ ਬਾਰੇ, ਗੁਰੂ ਰਾਮਦਾਸ ਨਗਰੀ ਦੇ ਉੱਤੇ। ਹਾਂਜੀ ਡਾਕਟਰ ਇੰਦਰ ਸਿੰਘ ਜੀ ਵਾਸੂ ਜੀ, ਜੀ ਆਇਆਂ ਨੂੰ ਜੀ, ਤੇ ਸੁਣਾਓ ਜੀ ਆਪਣੀ ਜਿਹੜੀ ਸਾਰਾਗੜੀ ਦੇ ਬਾਰੇ ਕਵਿਤਾ ਜੀ। ਧੰਨਵਾਦ ਜੀ। ਸਾਰਾਗੜੀ ਦਾ ਜੋ ਸਾਕਾ ਹੈ ਬੜਾ ਮਸ਼ਹੂਰ ਹੈ, ਕਿਉਂਕਿ ਜਿਹੜੀ ਚੌਂਕੀ ਬਣੀ ਹੋਈ ਸੀ ਬਹੁਤ ਉੱਚੀ ਜਗ੍ਹਾ ਤੇ ਅੰਗਰੇਜ਼ਾਂ ਨੇ ਬਣਾਈ ਸੀ। ਵੈਸੇ ਤਾਂ ਮਹਾਰਾਜਾ ਰਣਜੀਤ ਸਿੰਘ ਤੋਂ ਬਣੀ ਆ ਰਹੀ ਸੀ। ਇਹਨਾਂ ਨੂੰ ਰੈਨੋਵੇਟ ਕਰਕੇ ਤੇ ਸਾਰਾਗੜੀ ਤੇ ਗੁਲਸਤਾਨ ਦੇ ਨਾਂ ਦੀਆਂ ਚੌਂਕੀਆਂ ਬਣਾਈਆਂ, ਔਰ ਉੱਥੇ ਅਫਰੀਦੀ ਜਿਹੜੇ ਕਬਾਇਲੀ ਨੇ ਅਫਰੀਦੀ ਉਹ ਹੱਲੇ ਕਰਦੇ ਰਹਿੰਦੇ ਸਨ, ਔਰ ਉਹਨਾਂ ਦੇ ਇੱਕ ਦਿਨ 10,000 ਨੇ ਹੱਲਾ ਕਰਤਾ ਸੀ ਤੇ ਸਿੰਘ ਸਿਰਫ 21 ਸਨ ਉਹਦੇ 'ਚ, ਪਰ ਉਹਨਾਂ ਨੇ ਆਪਣੀ ਚੌਂਕੀ ਦੀ ਰਾਖੀ ਲਈ ਸ਼ਹੀਦੀਆਂ ਪਾਈਆਂ। ਤੋ ਇਹ ਮੈਂ ਕਵਿਤਾ ਲੰਬੀ ਹੈ, 4-5 ਪੈਰੇ ਸੁਣਾ ਦਿਆਂਗਾ। ਤੋ ਪਹਿਲਾ ਪੈਰਾ ਹੈ ਕਿ ਸਿੱਖ ਸ਼ਹੀਦਾਂ ਦੀ ਗਾਥਾ ਸੁਣਾਉਂਦਾ ਹੈ, ਸਿੱਖ ਸ਼ਹੀਦਾਂ ਦੀ ਗਾਥਾ ਸੁਣਾਉਂਦਾ ਹੈ, ਸਾਰਾ ਗੜੀ ਇਤਿਹਾਸ ਦਾ ਲਾਲ ਪੰਨਾ। ਸਿੱਖ ਇਤਿਹਾਸ ਸਿੱਖ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਏ, ਸਿੱਖ ਇਤਿਹਾਸ ਦਾ ਇਹ ਕਮਾਲ ਪੰਨਾ। ਸਾਰੇ ਧਰਮੀਆਂ ਦੀ, ਸੱਚੇ ਕਰਮੀਆਂ ਦੀ ਉਹ ਬਣਿਆ ਜਗ ਤੇ ਇੱਕ ਮਿਸਾਲ ਪੰਨਾ। ਇਹ ਸਿੱਖਾਂ ਦੀ ਜੀਵਨ ਚਾਲ ਪੰਨਾ, ਉਹ ਜੇਰਾ ਜਿਗਰਾ ਜੁਰਤ ਜਮਾਲ ਪੰਨਾ। ਵਾਹ ਜੀ ਵਾਹ, ਵੈਰੀ ਨਾਈਸ। ਇਹ ਸਿੱਖਾਂ ਦੀ ਜੀਵਨ ਚਾਲ ਪੰਨਾ, ਜੇਰਾ ਜਿਗਰਾ ਜੁਰਤ ਜਮਾਲ ਪੰਨਾ। ਉਹ ਮੇਰਾ ਮੁੜ ਮੁੜ ਪੜਨ ਤੇ ਜੀ ਕਰਦਾ, ਇਹ ਕਮਾਲ ਪੰਨਾ, ਇਹ ਕਮਾਲ ਪੰਨਾ। ਕਰਤਵ ਪਾਲਦੇ ਸਿੱਖ ਬੇਖੌਫ ਹੋ ਕੇ, ਹੱਸ ਹੱਸ ਕੇ ਇਹ ਜਾਨਾਂ ਵਾਰਦੇ ਨੇ। ਕੱਚੀ ਗੜੀ ਹੋਵੇ ਸਾਰਾ ਗੜੀ ਹੋਵੇ, ਸਿੱਖ ਸਿਦਕੋ ਮੂਲ ਨਾ ਹਾਰਦੇ ਨੇ। ਵਾਹ ਜੀ ਵਾਹ ਜੀ। ਗੜੀ ਹੋਵੇ ਸਾਰਾ ਗੜੀ ਹੋਵੇ, ਸਿੱਖ ਸਿਦਕੋ ਮੂਲ ਨਾ ਹਾਰਦੇ ਨੇ। ਤੋ 10,000 ਫਰੀਦੀਆਂ ਨੇ ਹੱਲਾ ਕੀਤਾ ਤੇ ਉਸ ਸਮੇਂ ਈਸ਼ਰ ਸਿੰਘ ਨੇ ਅਗਵਾਈ ਦਿੱਤੀ ਸੀ। ਤੋ ਇਸ ਤਰ੍ਹਾਂ
एक एक सिंह ने लगभग 30 मारे, 6 सैकड़े गड्डी चढ़ा दिते, और 10वें माही दे अखां दे तालियां ने तारे पैरियां दिने विखा दिते। एक एक करके सिंह डिग रहे सन। How much is there for you guys? एक मिनट जी वीर जी जसवीर सिंह जी तुसी थैंक यू दे ਉਹ ਕਿਵੇਂ ਮੌਤ ਨੂੰ ਵਰਦੇ ਜਾ ਰਹੇ ਸਨ। तो ਪਠਾਣਾ ਨੇ ਸੁਨੇਹਾ ਭੇਜਿਆ। ਪਠਾਣਾ ਆਖਿਆ ਸਿੰਘਾਂ ਸੂਰਿਆਂ ਨੂੰ, ਕਾਹਨੂੰ ਕੀਮਤੀ ਜਾਨਾਂ ਗਵਾ ਰਹੇ ਹੋ? ਲੀਲਾ ਰੰਗਲੀ ਜੀਵਨ ਦੀ ਖੇਡ ਛੱਡ ਕੇ ਕਾਹਨੂੰ ਕਾਲ ਦੇ ਮੂੰਹ 'ਚ ਜਾ ਰਹੇ ਹੋ? ਗੋਲੀ ਸਿੱਕਾ ਬਰੂਦ ਵੀ ਖਤਮ ਹੋਇਆ, ਉਹ ਕਿਹੜੀ ਆਸ ਤੇ ਜੰਗ ਚਲਾ ਰਹੇ ਹੋ? ਬੇੜੀ ਜ਼ਿੰਦਗੀ ਦੀ ਡੁੱਬਦੀ ਜਾ ਰਹੀ ਏ, ਕਿਹੜੀ ਆਸ ਦੇ ਚੱਪੂ ਲਗਾ ਰਹੇ ਹੋ? ਹੋਰ ਲੜਨ ਦੀ ਆਪਣੀ ਜ਼ਿੱਦ ਛੱਡੋ, ਹਥਿਆਰ ਸੁੱਟ ਕੇ ਜਾਨਾਂ ਬਚਾਓ ਸਿੰਘੋ। ਉਹ ਘੋੜੇ ਸੋਚਦੇ ਨਾ ਦੌੜਾਓ ਸਿੰਘੋ, ਆਪਣੀ ਮੌਤ ਤੋਂ ਖਹਿੜਾ ਛੁਡਾਓ ਸਿੰਘੋ। ਤੋ ਸਿੰਘਾਂ ਦਾ ਜਵਾਬ, ਸਿੰਘਾਂ ਆਖਿਆ ਤੁਹਾਡੀ ਗੱਲ ਮੰਨ ਕੇ ਗਲੇ ਤੋਂ ਗੁਲਾਮੀ ਦਾ ਪਾ ਲਈਏ, ਛੱਡ ਕੇ ਰੂਹ ਦੀ ਆਪਣੀ ਬਾਦਸ਼ਾਹੀ, ਮੱਥੇ ਟਿੱਕਾ ਗੁਲਾਮੀ ਦਾ ਲਾ ਲਈਏ। ਆਪਾਂ ਆਪਣਾ ਪਿੰਜਰੇ ਕੈਦ ਕਰਕੇ ਆਪਣੇ ਪੈਰਾਂ ਨੂੰ ਬੇੜੀਆਂ ਪਾ ਲਈਏ, ਆਪਣੀ ਜ਼ਿੰਦਾ ਜ਼ਮੀਰ ਜਲਾ ਕੇ ਤੇ ਦੇਹੀ ਇੱਕ ਸ਼ਮਸ਼ਾਨ ਬਣਾ ਲਈਏ। ਆਜ਼ਾਦੀ ਆਪਣੀ ਗਹਿਣੇ ਪਾਣ ਵਾਲਾ ਇਹ ਨਿਰਾ ਘਾਟੇ ਦਾ ਸੌਦਾ ਮਨਜ਼ੂਰ ਨਹੀਂ ਹੈ। ਓਏ ਮਾਰ ਆਤਮਾ ਜਾਨ ਬਚਾ ਲੈਣੀ, ਸਾਡੀ ਕੌਮ ਦਾ ਇਹ ਦਸਤੂਰ ਨਹੀਂ ਹੈ। ਮਾਰ ਆਤਮਾ ਜਾਨ ਬਚਾ ਲੈਣੀ, ਸਾਡੀ ਕੌਮ ਦਾ ਇਹ ਦਸਤੂਰ ਨਹੀਂ ਹੈ। ਅਸੀਂ ਗੁਲਾਮੀ ਨਹੀਂ ਕਬੂਲ ਕਰਨੀ, ਲੜਦੇ ਰਹਾਂਗੇ ਅੰਤਮ ਸਵਾਸ ਤੀਕਰ, ਸਾਰਾ ਗੜੀ ਦੀ ਚੌਂਕੀ ਦੀ ਰਾਖੀ ਕਰਦੇ ਰਹਾਂਗੇ ਅੰਤਮ ਸਵਾਸ ਤੀਕਰ। ਤੋਂ ਅਖੀਰ ਤੇ ਕਿ ਈਸ਼ਰ ਸਿੰਘ ਸਰਦਾਰ ਰਹਿ ਗਿਆ ਕੱਲਾ, ਇੱਕ ਅਜਬ ਇਤਿਹਾਸ ਬਣਾ ਗਿਆ ਉਹ। ਹੋਈ ਗੋਲੀਆਂ ਦੀ ਬਰਸਾਤ ਉਸ ਤੇ, ਅੰਗ ਅੰਗ ਤੇ ਗੋਲੀਆਂ ਖਾ ਗਿਆ ਉਹ। ਪੁਰਜ਼ਾ ਹੋ ਕੇ ਵੀਰ ਕੱਟ ਮਰਿਆ, ਬਲੀਦਾਨ ਦਾ ਰੰਗ ਵਿਖਾ ਗਿਆ ਉਹ। ਤੇ ਸਿਹਰਾ ਬਣ ਕੇ ਸਿਰ ਕੁਰਬਾਨੀਆਂ ਦਾ, ਇਹ ਆਜ਼ਾਦੀ ਦਾ ਦੀਪ ਜਗਾ ਗਿਆ ਉਹ। ਸਿਹਰਾ ਬਣ ਕੇ ਸਿਰ ਕੁਰਬਾਨੀਆਂ ਦਾ, ਇੱਕ ਆਜ਼ਾਦੀ ਦਾ ਦੀਪ ਜਗਾ ਗਿਆ ਉਹ। ਤੇ ਪੈਂਡੇ ਸਿਦਕ ਦੇ ਤੁਰਦਾ ਗਿਆ ਸੂਰਾ, ਸੀਸ ਤਲੀ ਦੇ ਉੱਤੇ ਟਿਕਾ ਗਿਆ ਉਹ। ਤੇ ਅੰਤਮ ਸਵਾਸ ਤੀਕਰ ਲੜਿਆ ਜੰਗ ਅੰਦਰ, ਕਰਤਵ ਕਰਨ ਦਾ ਵੱਲ ਸਿਖਾ ਗਿਆ ਉਹ। ਤੋਂ ਆਖਰੀ ਪੈਰਾ ਹੈ ਕਿ ਜਿੱਥੇ ਸਿੰਘਾਂ ਸਰਦਾਰਾਂ ਦਾ ਖੂਨ ਡੁੱਲਾ, ਸਾਰਾ ਗੜੀ ਇਤਿਹਾਸ ਦੀ ਸ਼ਾਨ ਬਣ ਗਈ। ਨੇਕੀ ਬਦੀ ਦੀ ਜਿੱਥੇ ਜੰਗ ਹੋਈ, ਸਿੱਖ ਕੌਮ ਦੀ ਆਨ ਤੇ ਬਾਣ ਬਣ ਗਈ। ਓਏ ਹੱਕ ਸੱਚ ਲਈ ਜਿੱਥੇ ਯੁੱਧ ਹੋਇਆ, ਉਹ ਧਰਤ ਵੀ ਵੀਰ ਮਹਾਨ ਬਣ ਗਈ। ਚੜ੍ਹਦੀ ਕਲਾ ਟਕਸਾਲ ਦਾ ਰੂਪ ਬਣ ਗਈ, ਉਹ ਸਿੱਖ ਵਿਰਸੇ ਦੀ ਇੱਕ ਪਹਿਚਾਨ ਬਣ ਗਈ। ਜੋ ਆਖਰੀ ਸ਼ੇਰ ਹੈ ਕਿ ਸਾਰਾ ਗੜੀ ਦੀ ਪਾਵਨ ਧੂੜ ਲੈ ਕੇ ਮੱਥੇ ਆਪਣੇ ਤੇ ਵਾਸੂ ਲਾ ਲਈਏ। ਕਲਾ ਸਿੱਖ ਕੇ ਜੀਣ ਤੇ ਮਰਨ ਵਾਲੀ, ਉਹ ਜਿੰਦ ਬੂਨ ਤੋਂ ਸਾਗਰ ਬਣਾ ਲਈਏ। ਸਾਰਾ ਗੜੀ ਦੀ ਪਾਵਨ ਧੂੜ ਲੈ ਕੇ ਮੱਥੇ ਆਪਣੇ ਤੇ ਵਾਸੂ ਲਾ ਲਈਏ, ਤੇ ਕਲਾ ਸਿੱਖ ਕੇ ਜੀਣ ਤੇ ਮਰਨ ਵਾਲੀ, ਜਿੰਦ ਬੂਨ ਤੋਂ ਸਾਗਰ ਬਣਾ ਲਈਏ। ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਅੱਛਾ ਜੀ, ਬਹੁਤ ਅੱਛਾ, ਬਿਊਟੀਫੁਲੀ ਸੈਡ। ਇਹ ਸਾਡਾ ਜਿੰਦਾ ਜਾਗਦਾ ਇਤਿਹਾਸ ਦਾ ਬੜਾ ਪ੍ਰੇਰਨਾ ਸਰੋਤ ਹੈ। ਸਿੱਖਿਆ ਲੈਣ ਦੀ ਸਾਨੂੰ ਲੋੜ ਆ, ਜਦੋਂ ਕਦੇ ਮਨ ਢਹਿੰਦੀਆਂ ਕਲਾਂ 'ਚ ਵੀ ਜਾਵੇ। ਇਹ ਜਿਹੇ ਔਖੇ ਸਮਿਆਂ ਦੇ ਵਿੱਚ ਆ ਕੇ ਜੋ ਆਪਣੇ ਫਰਜ਼ ਨਿਭਾਏ, ਜ਼ਿੰਮੇਦਾਰੀਆਂ ਨਿਭਾ ਕੇ, ਜਿਹੜੇ ਇੱਕ ਸਿੱਖੀ ਸਰੂਪ ਨੂੰ ਕਾਇਮ ਰੱਖਦੇ ਹੋਏ ਜਿਹੜੀਆਂ ਸ਼ਹੀਦੀਆਂ ਦਿੱਤੀਆਂ, ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਦਿੱਤੀਆਂ, ਇਸ ਬੇਮਿਸਾਲ ਕੁਰਬਾਨੀਆਂ ਸਾਡੇ ਲਈ ਜਿੰਦਾ ਜਾਗਦਾ ਇਤਿਹਾਸ। ਹਾਂਜੀ ਭੈਣ ਜੀ ਦਲਜੀਤ ਕੌਰ, ਤੁਸੀਂ ਕੀ ਕਹੋਗੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਨਗਰੀ ਦੇ ਬਾਰੇ? ਕਵਿਤਾ ਜੀ ਸੁਣਾਓ। ਨਗਰੀ ਹੈ ਸੋਹਣੀ ਕਵਿਤਾ। ਹਾਂਜੀ। ਪਹਿਲੀ ਪਾਤਸ਼ਾਹੀ ਸਾਰੇ ਜਗ ਦੀ ਸਿਆਹੀ,
ਮਲਮਲ ਕੇ ਹੈ ਲਾਹੀ ਦੇ ਕੇ ਰੋਸ਼ਨੀ ਗਿਆਨ ਦੀ। ਹੂੰ ਪਾਤਸ਼ਾਹੀ ਸਾਰੇ ਜਗ ਦੀ ਸਿਆਹੀ ਮਲਮਲ ਕੇ ਹੈ ਲਾਹੀ ਦੇ ਕੇ ਰੋਸ਼ਨੀ ਗਿਆਨ ਦੀ। ਦਸੇ ਪਾਤਸ਼ਾਹੀਆਂ ਇੱਕੋ ਜੋਤ ਤੇ ਸਰੂਪ ਹੋਈਆਂ ਝੜੀ ਜਿਨ੍ਹਾਂ ਲਾਈ ਨਾਮਦਾਨ ਇਸ਼ਨਾਨ ਦੀ। ਹੂੰ ਪਾਣੀ ਦੀਆਂ ਗਾਗਰਾਂ ਨੂੰ ਢੋਣ ਵਾਲੇ ਪਾਤਸ਼ਾਹ ਨੇ ਗੁਰੂ ਅਮਰਦਾਸ ਜੀ। ਹੂੰ ਪਾਣੀ ਦੀਆਂ ਗਾਗਰਾਂ ਨੂੰ ਢੋਣ ਵਾਲੇ ਪਾਤਸ਼ਾਹ ਨੇ ਚੋਣ ਕੀਤੀ ਆਪ ਗੁਰੂ ਚੱਕ ਦੇ ਸਥਾਨ ਦੀ। ਹੂੰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਗੁਰੂ ਦਾ ਚੱਕ ਹਾਂਜੀ। ਕਿਹਾ ਜਾਂਦਾ ਸੀ ਨਾ ਪਹਿਲਾਂ। ਹਾਂਜੀ ਚੌਥੀ ਪਾਤਸ਼ਾਹੀ ਐਸੀ ਨਗਰੀ ਵਸਾਈ ਕੋਈ ਦੂਣ ਤੇ ਸਵਾਈ ਸ਼ਾਨ ਹੀਰਿਆਂ ਦੀ ਖਾਨ ਦੀ। ਹੂੰ ਸੱਚ ਦੇ ਵਪਾਰੀ ਆਏ ਕਿਰਤ ਦੇ ਪੁਜਾਰੀ। ਵਪਾਰਕ ਕੇਂਦਰ ਬਣਾਇਆ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਉੱਥੇ ਵਪਾਰ। ਅੰਮ੍ਰਿਤਸਰ ਸਾਹਿਬ। ਸੱਚ ਦੇ ਵਪਾਰੀ ਆਏ ਕਿਰਤ ਦੇ ਪੁਜਾਰੀ ਚੜੀ ਨਾਮ ਦੀ ਖੁਮਾਰੀ ਹੋਈ ਮਿਹਰਬਾਨ ਦੀ ਵਾਹਿਗੁਰੂ ਦੀ। ਸਦੀਆਂ ਤੋਂ ਜਿੱਥੇ ਤਿੰਨਾਂ ਲੋਕਾਂ ਦਾ ਸੁਮੇਲ ਹੁੰਦਾ ਨਗਰੀ ਹੈ ਸੋਹਣੀ ਮੇਰੇ ਸੋਢੀ ਸੁਲਤਾਨ ਦੀ। ਵਾਹ ਜੀ ਵਾਹ। ਪ੍ਰਿਥਵੀ ਆਕਾਸ਼ ਨੂੰ ਜੇ ਮੁੰਦਰੀ ਦਾ ਰੂਪ ਦੇਵਾਂ ਰਾਮਦਾਸਪੁਰ ਇਸ ਮੁੰਦਰੀ ਦਾ ਨਗੀਨਾ ਏ। ਇੱਕੋ ਇੱਕ ਜਗ ਤੇ ਹੈ ਨੂਰ ਦਾ ਇਹ ਸੋਮਾ ਜਿੱਥੇ ਦੇਵਾਂ ਹੱਥ ਜਾਵੇਂ ਮਨੁੱਖਾਂ ਹੱਥ ਮੀਨਾ ਏ। ਇੱਥੇ ਨਾ ਕੋਈ ਰੋਗੀ ਨਾ ਕੋਈ ਸੋਗੀ ਨਾ ਵਿਜੋਗੀ। ਇੱਥੇ ਨਾ ਕੋਈ ਰੋਗੀ ਨਾ ਕੋਈ ਸੋਗੀ ਨਾ ਵਿਜੋਗੀ। ਇੱਥੇ ਸਦਾ ਹੀ ਸੰਜੋਗਾ ਵਾਲਾ ਸੌਣ ਦਾ ਮਹੀਨਾ ਏ। ਅੱਠੇ ਪੈਰ ਜਿੱਥੇ ਸਿੱਖ ਗੁਰੂ ਦਾ ਮਿਲਾਪ ਹੋਵੇ ਇਹੋ ਸਾਡੀ ਕਾਸ਼ੀ ਗਿਆ ਮੱਕਾ ਤੇ ਮਦੀਨਾ ਏ। ਅੱਠੇ ਪੈਰ ਜਿੱਥੇ ਗੁਰੂ ਸਿੱਖ ਦਾ ਮਿਲਾਪ ਹੋਵੇ ਇਹੋ ਸਾਡੀ ਕਾਸ਼ੀ ਗਿਆ ਮੱਕਾ ਤੇ ਮਦੀਨਾ ਏ। ਇੱਥੇ ਹੀ ਤਾਂ ਤਲੀ ਤੇ ਟਿਕਾ ਕੇ ਸੀ ਦੀਪ ਸਿੰਘ ਰੱਖ ਲਈ ਸੀ ਲਾਜਪਤ ਕੇਸਰੀ ਨਿਸ਼ਾਨ ਦੀ। ਅੱਜ ਵੀ ਪਿਆਸਿਆਂ ਨਿਰਾਸਿਆਂ ਦੀ ਜਿੰਦ ਜਾਨ ਨਗਰੀ ਹੈ ਸੋਹਣੀ ਮੇਰੇ ਸੋਢੀ ਸੁਲਤਾਨ ਦੀ। ਧੰਨ ਗੁਰੂ ਰਾਮਦਾਸ ਜਪਦੇ ਜਪਾਉਂਦੇ ਲੋਕੀ ਧੰਨ ਉਹਦੀ ਨਗਰੀ ਨਿਥਾਵਿਆਂ ਦੀ ਥਾਂ ਏ। ਇੱਥੇ ਚੌਹਾਂ ਵਰਣਾਂ ਦਾ ਰੂਪ ਤੇ ਸਰੂਪ ਇੱਕੋ ਗੁਰੂ ਘਰ ਵਿੱਚ ਸਦਾ ਸੱਚ ਦਾ ਨਿਆਂ ਏ। ਜਨਮ ਜਨਮਾਂਤਰਾਂ ਤੇ ਹੀਣਿਆਂ ਨਤਾਣਿਆਂ ਲਈ ਜਾਤ ਪਾਤ ਰਹਿਤ ਇਹ ਮਨੁੱਖਤਾ ਦੀ ਮਾਂ ਏ। ਰਜਨੀ ਦੇ ਪਤੀ ਵਾਂਗੂ ਪਿੰਗਲੇ ਵੀ ਹਰੇ ਹੋ ਗਏ ਜਿੱਥੇ ਦੁੱਖ ਭੰਜਨੀ ਦੀ ਬੇਰੀ ਵਾਲੀ ਛਾਂ ਏ। ਮਿਟ ਜਾਂਦੇ ਮਨ ਤਨ ਆਤਮਾ ਦੇ ਰੋਗ ਇੱਥੇ। ਮਿਟ ਜਾਂਦੇ ਮਨ ਤਨ ਆਤਮਾ ਦੇ ਰੋਗ ਇੱਥੇ। ਟੁੱਟ ਜਾਂਦੀ ਪੀਂਘ ਇੱਥੇ ਲੋਭ ਅਭਿਮਾਨ ਦੀ। ਕੋੜੀਆਂ ਦੇ ਕੋੜ ਜਿੱਥੇ ਹੁੰਦੇ ਨੇ ਹਜ਼ੂਰ ਦੂਰ ਨਗਰੀ ਹੈ ਸੋਹਣੀ ਮੇਰੇ ਸੋਢੀ ਸੁਲਤਾਨ ਦੀ। ਜੁਗੋ ਜੁਗ ਅਟਲ ਜੁਗੋ ਜੁਗ ਅਟਲ ਹਰੀ ਨਾਮ ਦਾ ਮਹਲ ਜਿਹਦੀ ਪਹਿਲੀ ਇੱਟ ਮੀਆਂ ਮੀਰ ਨੀਹਾਂ ਚ ਉਤਾਰੀਏ। ਨੂਰ ਦੀਆਂ ਲਹਿਰਾਂ ਉੱਤੇ ਝੂਲੇ ਦਰਬਾਰ ਸਾਹਿਬ ਸੱਚਖੰਡ ਝੂਲਦੀ ਜਿਉ ਪ੍ਰਭੂ ਦੀ ਅਟਾਰੀਏ। ਸ਼ਬਦ ਰੂਪ ਗੁਰੂ ਗ੍ਰੰਥ ਦੀ ਮਹਾਨ ਜੋਤੀ। ਸ਼ਬਦ ਰੂਪ ਗੁਰੂ ਗ੍ਰੰਥ ਦੀ ਮਹਾਨ ਜੋਤੀ ਚੌਹਾਂ ਦਰਵਾਜ਼ਿਆਂ ਚੋਂ ਚਾਨਣੀ ਖਿਲਾਰੀਏ। ਲੱਖਾਂ ਸਿੰਘਾਂ ਸੂਰਿਆਂ ਨੇ ਲੱਖ ਵਾਰੀ ਸੀਸ ਲਾ ਕੇ ਨਗਰੀ ਹਜ਼ੂਰ ਦੀ ਸਵਾਰੀ ਤੇ ਸ਼ਿੰਗਾਰੀਏ। ਕਦੇ ਅਬਦਾਲੀ ਕਦੇ ਜ਼ਬਰੀ ਕਦੇ ਅਬਦਾਲੀ ਕਦੇ ਜ਼ਕਰੀਏ ਦੀ ਤੇਗ ਚੱਲੀ। ਢਲੀ ਨਾ ਜਵਾਨੀ ਤਾਂ ਵੀ ਖਾਲਸਾਈ ਸ਼ਾਨ ਦੀ। ਫਤਿਹ ਦੇ ਜੈਕਾਰਿਆਂ ਚ ਝੂਲ ਦੇ ਨਿਸ਼ਾਨ ਕਹਿਣ ਨਗਰੀ ਹੈ ਸੋਹਣੀ ਮੇਰੇ ਸੋਢੀ ਸੁਲਤਾਨ ਦੀ। ਘੋੜਿਆਂ ਦੀ ਪਿੱਠ ਉੱਤੇ ਜ਼ਿੰਦਗੀ ਗੁਜ਼ਾਰ ਕੇ ਵੀ ਲੱਖਾਂ ਮੱਸੇ ਰੰਗੜਾਂ ਨੂੰ ਗਏ ਨੇ ਮੁਕਾਏ ਕੇ। ਚਿੜੀਆਂ ਨੇ ਬਾਜ ਮਾਰੇ ਬਾਜ ਕੀ ਸ਼ਾਹਬਾਜ਼ ਮਾਰੇ ਜੰਗ ਬਾਜ਼ ਮਾਰੇ ਮਿੱਟੀ ਚ ਰੁਲਾਏ ਕੇ। ਵਾਲੀਏ ਪੰਜਾਬ ਸਿੰਘ ਸਾਹਿਬ ਦੀ ਮਹਾਨ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ। ਵਾਲੀਏ ਪੰਜਾਬ ਸਿੰਘ ਸਾਹਿਬ ਦੀ ਮਹਾਨ ਸੇਵਾ ਰੱਖੀ ਹੋਈ ਹੈ ਖਾਲਸੇ ਕਲੇਜੇ ਨਾਲ ਲਾਏ ਕੇ। ਜਲਿਆਂ ਦੇ ਬਾਗ ਦੀ ਵਿਸਾਖੀ ਲਾਲੋ ਲਾਲ ਕੀਤੀ ਸੀਨੇ ਵਿੱਚ ਗੋਲੀਆਂ ਫਰੰਗੀ ਦੀਆਂ ਖਾਏ ਕੇ। ਸਦੀਆਂ ਤੋਂ ਇੱਥੋਂ ਦੀ ਦੀਵਾਲੀ ਤੇ ਵਿਸਾਖੀ ਸਾਨੂੰ ਦਿੰਦੀਆਂ ਨੇ ਰੋਸ਼ਨੀ ਅਮਿਟ ਬਲੀਦਾਨ ਦੀ। ਅੰਬਰਾਂ ਦੇ ਤਾਰੇ ਜਿੱਥੇ ਨੂਰ ਤੇ ਸਰੂਰ ਲੈਂਦੇ ਨਗਰੀ ਹੈ ਸੋਹਣੀ ਮੇਰੇ ਸੋਢੀ ਸੁਲਤਾਨ ਦੀ। ਰੱਖਿਆ ਅਕਾਲੀਆਂ ਦੀ ਸਦਾ ਹੀ ਅਕਾਲ ਕੀਤੀ ਇਸੇ ਗੁਰੂ ਨਗਰੀ ਅਕਾਲੀਆਂ ਦਾ ਡੇਰਾ ਏ। ਲੱਖ ਵਾਰੀ ਅੰਨੀਆਂ ਹਨੇਰੀਆਂ ਨੇ ਵਾਰ ਕੀਤੇ ਕੌਮ ਦੇ ਸ਼ਹੀਦਾਂ ਫੇਰ ਕਰ ਲਿਆ ਸਵੇਰਾ ਏ। ਇੱਥੇ ਹੀ ਇਹ ਮੀਰੀ ਪੀਰੀ ਵਾਲੇ ਦਾ ਅਕਾਲ ਤਖਤ ਜਿੱਥੇ ਲੱਖਾਂ ਹੀ ਸ਼ਹੀਦਾਂ ਦਾ ਬਸੇਰਾ ਏ। ਸਾਡੀ ਸੂਰਬੀਰਤਾ ਨੂੰ ਤੱਕ ਕੇ ਜਹਾਨ ਆਖੇ ਧੰਨ ਸਾਡਾ ਜਿਗਰਾ ਤੇ ਧੰਨ ਸਾਡਾ ਜੇਰਾ ਏ।
ਮੈਂ ਤਾਂ ਕਈ ਕਾਸਤਾਂ ਦਾ ਕੰਮ ਕੱਲਾ ਕਰ ਰਿਹਾ ਹਾਂ। ਪ੍ਰੀਤਮ ਸਿੰਘ ਕਾਸਤ ਜੀ ਦੀ ਕਵਿਤਾ ਹੈ। ਮੈਂ ਤਾਂ ਕਈ ਕਾਸਤਾਂ ਦਾ ਕੰਮ ਕੱਲਾ ਕਰ ਰਿਹਾ ਹਾਂ, ਗੁਰੂ ਆਪ ਜਾਣਦੇ ਸੱਚਾਈ ਮੇਰੇ ਬਿਆਨ ਦੀ। ਮਿਟ ਜਾਂਦੇ ਪਾਪੀਆਂ ਦੇ ਪਾਪ ਤੇ ਸਰਾਪ, ਇੱਥੇ ਨਗਰੀ ਹੈ ਸੋਹਣੀ ਮੇਰੇ ਸੋਢੀ ਸੁਲਤਾਨ ਦੀ। ਮਿਟ ਜਾਂਦੇ ਪਾਪੀਆਂ ਦੇ ਪਾਪ ਤੇ ਸਰਾਪ, ਇੱਥੇ ਨਗਰੀ ਹੈ ਸੋਹਣੀ ਮੇਰੇ ਸੋਢੀ ਸੁਲਤਾਨ ਦੀ। ਵਾਹ ਜੀ ਵਾਹ, ਬਿਊਟੀਫੁਲੀ ਸੈਡ, ਬਹੁਤ ਅੱਛੇ। ਹਾਂਜੀ, ਹੁਣ ਅਸੀਂ ਆਉਨੇ ਆ ਜੀ, ਜਿਹੜਾ ਅੱਜ ਦਾ ਸਾਡਾ ਇਹ ਕਵਿਤਾਵਾਂ ਤੋਂ ਬਾਅਦ ਜਿਹੜਾ ਸਾਡਾ ਟੌਪਿਕ ਸੀ, ਉਹ ਸੀਗਾ ਲੀਡਰਸ਼ਿਪ ਮਾਡਲ ਹੈ ਜਿਹੜਾ ਸਿੱਖੀ ਦੇ ਵਿੱਚ, ਜੋ ਗੁਰੂ ਮਹਾਰਾਜ ਨੇ ਜਿਹੜਾ ਪੇਸ਼ ਕੀਤਾ। ਤੇ ਉਹ ਲੀਡਰਸ਼ਿਪ ਮਾਡਲ ਦੇ ਉੱਤੇ ਕਿਸ ਤਰ੍ਹਾਂ ਦੀਆਂ ਗੁਰੂ ਸਾਹਿਬ ਨੇ ਉਹ ਕੁਆਲਿਟੀਜ਼ ਵਗੈਰਾ ਦੇਖੀਆਂ ਆਪਦੇ ਜਿਹੜੇ ਸਿੱਖਾਂ ਸੇਵਕਾਂ ਦੇ ਵਿੱਚ, ਤੇ ਕਿਹਨੂੰ ਲੀਡਰ ਚੁਣਿਆ, ਤੇ ਕਿਹੜੀਆਂ ਚੀਜ਼ਾਂ ਉਹਨਾਂ ਨੇ ਦੇਖੀਆਂ ਜਾਂ ਉਹ ਡਿਵੈਲਪ ਕੀਤੀਆਂ ਬਿਫੋਰ ਦੇ ਵਰ ਅਪੁਆਇੰਟਡ ਐਜ਼ ਅ ਲੀਡਰ। ਵਨ ਥਿੰਗ ਇਜ਼ ਵੈਰੀ ਕਲੀਅਰ, ਸਿੱਖੀ ਦੇ ਵਿੱਚ, ਗੁਰਮਤ ਦੇ ਵਿੱਚ, leadership has been by the selection process, not by election process. Guru selected the leader, not elected the leader. So that's one thing very clear ਜਿਹੜੀ ਸਾਡੀ ਹੈ। ਸੋ ਅਸੀਂ ਆਉਨੇ ਹੁਣ, ਤੁਸੀਂ ਆਪੋ ਆਪਣੇ ਵਿਚਾਰ ਦਿਓ ਜੀ ਇਹਦੇ ਬਾਰੇ, ਲੀਡਰਸ਼ਿਪ ਮਾਡਲ ਦੇ ਬਾਰੇ, ਤੇ ਦੱਸੋ ਨਾਲੇ ਕਿਹੜੀਆਂ ਕੁਆਲਿਟੀਜ਼ ਗੁਰੂ ਮਹਾਰਾਜ ਨੇ ਦੇਖੀਆਂ ਉਹਨਾਂ ਜੀਵਨਾਂ ਦੇ ਵਿੱਚ, ਤੇ ਸਾਡੇ ਨਾਲ ਸ਼ੇਅਰ ਕਰੋ ਜੀ ਆਪੋ ਆਪਣੇ ਵਿਚਾਰ। ਹਾਂਜੀ ਭਾਈ ਅਮੋਲਕ ਸਿੰਘ ਜੀ, ਤੁਸੀਂ you are the first one to go this time. ਸ਼ੁਕਰ ਮਹਾਰਾਜ ਦਾ। ਮੈਂ ਆਪਣੀ ਵਿਚਾਰ ਦੇਣ ਤੋਂ ਪਹਿਲਾਂ ਵੀਰ ਵਾਸੂ ਜੀ ਦੀ ਕਵਿਤਾ ਦਾ ਬਹੁਤ ਧੰਨਵਾਦੀ ਹਾਂ। ਤੇ ਇੱਕ ਪੈਰਾ ਜੇ ਐਂਟਰ ਹੋਰ ਕਰ ਸਕਣ, ਜਿਹੜੇ ਇਹਨਾਂ ਦੀ ਕਵਿਤਾ ਮਹਾਰਾਜ ਵੱਲੋਂ ਬਹੁਤ ਬਖਸ਼ਿਸ਼ ਆ, ਕਿ ਕਿਸ ਤਰ੍ਹਾਂ 21 ਜਿਹੜੇ ਸੀ ਗੈਲੈਂਟ ਅਵਾਰਡਸ ਇਹਨਾਂ ਨੂੰ ਦਿੱਤੇ ਗਏ। ਬ੍ਰਿਟਿਸ਼ ਪਾਰਲੀਮੈਂਟ ਵਿੱਚ ਖਲੋ ਕੇ ਇਹਨਾਂ ਦਾ ਸਵਾਗਤ ਕੀਤਾ ਗਿਆ। ਇਹਨਾਂ ਨੂੰ ਲਫ਼ਜ਼ ਆਪ ਦੇ ਲੈਣੇ ਨੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਐਂਡ ਕਿੱਥੇ ਹੋਇਆ ਆ ਕੇ। ਹੁਣ ਮੈਂ ਆਪਣਾ ਅੱਜ ਦਾ ਟੌਪਿਕ ਸ਼ੁਰੂ ਕਰਦਾ ਕਿ ਗੁਰੂ ਅੰਗਦ ਦੇਵ ਜੀ ਦੀ ਲਾਈਫ ਤੋਂ, ਕਿ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕਿਹਾ ਕਿ ਕਿਸੇ ਕੋਈ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੇ ਰੋਏ ਜਾਂ ਲੱਗ ਚਿਤ ਨਾ ਆਵੇ। ਕਿਸੇ ਨੂੰ ਕੋਈ ਆਸਰਾ, ਕਿਸੇ ਨੂੰ ਕੋਈ ਆਸਰਾ, ਮੈਨੂੰ ਹੇ ਵਾਹਿਗੁਰੂ ਕਾਰਪੁਰਖ ਸਿਰਫ ਤੇਰਾ ਹੀ ਆਸਰਾ। ਇਹ ਗੁਰਬਾਣੀ ਦੀਆਂ ਤੁਕਾਂ ਜਦੋਂ ਗੁਰੂ ਬਣਦੇ ਨੇ ਉਦੋਂ ਲਿਖਦੇ ਨੇ, ਪਰ ਵਿਚਾਰ ਜਿਹੜੇ ਇਹਨਾਂ ਦੇ ਪਿੱਛੋਂ ਤੋਂ ਚੱਲਦੇ ਆ ਰਹੇ ਨੇ। ਉਹਨਾਂ ਦੀ ਲਾਈਫ ਨੂੰ ਮੈਂ 3 ਭਾਗਾਂ ਵਿੱਚ ਲੈ ਰਿਹਾ, ਔਰ 3 ਪੜਾਅ ਨੇ। ਗੁਰੂ ਸ਼ਬਦ ਤੋਂ ਪਹਿਲੋਂ, ਸੁਣਨ ਤੋਂ ਪਹਿਲੋਂ ਉਹ ਲੀਡਰ ਸਨ, ਬੜੇ ਸੋਹਣੇ ਦੁਕਾਨਦਾਰ ਸਨ। ਉਹ ਹਿੰਦੂ ਧਰਮ ਦੇ ਜਿਹੜੇ ਸਥਾਨ, ਦੇਵੀ ਦੇ ਪੂਜਨ ਸਥਾਨ, ਉੱਥੇ ਉਹ ਸੰਗ ਲੈ ਕੇ ਜਾਂਦੇ ਸਨ। ਪਹਿਲੋਂ ਉਹਨਾਂ ਦੇ ਪਿਤਾ ਜੀ ਜਾਂਦੇ ਰਹੇ, ਬਾਅਦ ਵਿੱਚ ਉਹਨਾਂ ਨੇ ਉਹ ਸੇਵਾ ਸੰਭਾਲੀ। ਪਰ ਜਦੋਂ ਗੁਰਬਾਣੀ ਦਾ ਤੀਰ ਭਾਈ ਜੋਧਾ ਦੇ ਪਾਸੋਂ ਉਹ ਤੀਰ, ਅਨਿਆਲਾ ਤੀਰ ਵੱਜਿਆ, ਖਿੱਚ ਪਈ ਜੋ ਕੁਝ ਮੈਂ ਹੁਣ ਤੱਕ ਕਰਦਾ ਰਿਹਾ, ਇਹਦੇ ਨਾਲੋਂ ਕੋਈ ਜ਼ਿੰਦਗੀ ਹੋਰ ਆ, ਵੱਖਰੀ ਆ। ਗੁਰੂ ਨਾਨਕ ਦੇਵ ਜੀ ਦਾ ਉਹ ਸਥਾਨ ਪੁੱਛ ਕੇ ਉੱਥੇ ਪੁੱਜੇ। ਤੇ ਜਿਸ ਤਰ੍ਹਾਂ ਆਪਾਂ ਕਈ ਵਾਰੀ ਪੜ੍ਹਿਆ ਵਾ, ਸੁਣਿਆ ਵਾ, ਗੁਰਸਿੱਖ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਧਰੋਂ ਭਾਈ ਲਹਿਣਾ ਜੀ ਆ ਰਹੇ ਨੇ ਘੋੜੇ ਦੇ ਉੱਤੇ, ਇਧਰੋਂ ਸਤਿਗੁਰ ਨਾਨਕ ਦੇਵ ਜੀ ਨੂੰ ਲੈਣ ਵਾਸਤੇ ਅੱਗੇ ਜਾ ਰਹੇ ਨੇ। ਤੇ ਜਿੱਥੇ ਮਿਲਾਪ ਹੁੰਦਾ ਕਿ ਅਸੀਂ ਕੋਈ ਨਾਨਕ ਤੱਪੇ ਦੇ ਜਾਣਾ, ਆ ਜਾ ਭਾਈ ਮੈਂ ਉਧਰ ਹੀ ਜਾ ਰਿਹਾ। ਇਹ ਸੀ ਇਹਨਾਂ ਦੀ ਜਿਹੜੀ ਪਹਿਲੀ ਮੁਲਾਕਾਤ। ਤੇ ਉਸ ਤੋਂ ਬਾਅਦ ਜਦੋਂ ਜਾਂਦੇ ਨੇ, ਜਾ ਕੇ ਵੇਖਦੇ ਨੇ ਇਹ ਤੇ ਆਪ ਹੀ ਗੁਰੂ ਨਾਨਕ ਸੀਗੇ, ਤਾਂ ਉਹਨਾਂ ਦੇ ਲੱਗਾ ਪਈ ਮੈਂ ਕਿੱਡਾ ਵੱਡਾ ਮੇਰੇ ਕੋਲ ਵਗਿਆ ਹੋਈ ਹੈ। ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਹੋਰ ਅੱਗੇ ਤੋਰਨਾ ਸੀ। ਕਹਿੰਦੇ ਭਾਈ ਤੁਹਾਡਾ ਨਾਂ ਕੀ ਆ? ਕਹਿੰਦੇ ਜੀ ਮੇਰਾ ਨਾਂ ਲਹਿਣਾ। ਹੁਣ ਬਚਨ ਸੁਣਦੇ ਨੇ ਗੁਰੂ ਨਾਨਕ ਦੇਵ ਜੀ ਦੇ, ਲਹਿਣੇਦਾਰ ਹਮੇਸ਼ਾ ਘੋੜਿਆਂ ਤੇ ਚੜ੍ਹ ਕੇ ਆਉਂਦੇ ਨੇ, ਅਸੀਂ ਤੁਹਾਡਾ ਕੋਈ ਦੇਣਾ ਵਾ। ਪਹਿਲੀ ਮੁਲਾਕਾਤ ਤੇ ਪਹਿਲੀ ਜਿਹੜੀ ਗੱਲਬਾਤ ਸੀਗੀ, ਇੱਥੋਂ ਜਿਹੜੀ ਹੈ ਉਹਨਾਂ ਦੇ ਅੰਦਰ ਸਿੱਖੀ ਜਿਹੜੀ ਸੀ ਉਹ ਹੋਰ ਪੁੰਗਰਨੀ ਸ਼ੁਰੂ ਹੋਈ। ਸੰਗ ਵਾਲਿਆਂ ਨੂੰ ਕਿਹਾ ਭਾਈ ਤੁਸੀਂ ਚੱਲੋ,
ਮੈਂ ਇੱਥੇ ਹੀ ਠਹਿਰਾਂਗਾ। ਔਰ ਉੱਥੇ ਰਹਿਣ ਦੇ ਬਾਅਦ ਜਦੋਂ ਦੂਜੀ ਵਾਰੀ ਆਉਂਦੇ ਨੇ ਤੇ ਪੁੱਛਦੇ ਨੇ ਗੁਰੂ ਨਾਨਕ ਦੇਵ ਜੀ ਬਾਰੇ ਕਿੱਥੇ ਨੇ, ਕਿ ਉਹਦੇ ਬਾਹਰ ਖੇਤਾਂ 'ਚ ਨੇ। ਮਾਤਾ ਜੀ ਦੱਸਦੇ ਜਾ ਕੇ ਕਿਸ ਤਰ੍ਹਾਂ ਟੀਚਿੰਗ ਨਾਲ ਹੀ ਸ਼ੁਰੂ ਹੋ ਗਈ ਆ ਕਿ ਭਾਈ ਲਹਿਣਾ, ਜਿਹੜੇ ਤੇਰੇ ਪਿਛਲੀ ਜ਼ਿੰਦਗੀ ਉਸ ਤਰ੍ਹਾਂ ਦੀ ਸੀ, ਜਿਹੜੇ ਹੁਣ ਥਾਂ ਤੂੰ ਆ ਗਿਆ ਜਿੱਥੋਂ ਮੈਂ ਤੈਨੂੰ ਤੂੰ ਬੜਾ ਕੋਈ ਕਰਨਾ ਵਾ, ਉਹ ਜ਼ਿੰਦਗੀ ਇੱਥੋਂ ਸ਼ੁਰੂ ਹੁੰਦੀ ਆ। ਜਿਹੜੇ ਨਦੀਨ ਦੀ ਪੰਨ ਸਿਰ ਤੇ ਰਖਾਲਦੇ ਨੇ ਤੇ ਜਿਹੜਾ ਚਿੱਕੜ ਪਿਆ ਸੀ ਉਹਨੂੰ ਕਹਿੰਦੇ ਤੇ ਕੇਸਰ ਆ। ਤੇ ਉਹਦੇ ਬਾਅਦ ਜਿਸ ਤਰ੍ਹਾਂ ਟ੍ਰੇਨਿੰਗ ਚੱਲਦੀ ਰਹੀ, ਅੱਧੀ ਰਾਤ ਆ ਤੇ ਕਹਿੰਦੇ ਭਾਈ ਲੈਣੇ ਕੱਪੜੇ ਧੋਣ ਵਾਲੇ ਨੇ। ਅੱਧੀ ਰਾਤ ਨੂੰ ਸੇਵਕ ਕੱਪੜੇ ਧੋਣ ਵਾਸਤੇ ਚੱਲ ਪੈਂਦੇ ਨੇ, ਮੀਂਹ ਵਰਦੇ ਵਿੱਚ ਕੰਧ ਬਣਾਉਣ ਤੁਰ ਪੈਂਦੇ ਨੇ। ਮੋਏ ਡੰਗਰ ਆ ਕੇ ਚਾਮੜੀ ਚੁੱਕ ਕੇ ਲੈ ਜਾਂਦੇ ਨੇ, ਭਾਈ ਲੈਣੇ ਆ ਚੂਹੀ ਪਈ ਇਹਨੂੰ ਬਾਹਰ ਸੁੱਟ ਦਿਓ। ਇਹ ਸਾਰੇ ਜਿਹੜੇ ਸੀ ਟੈਸਟ ਸੀਗੇ, ਨਾਲ ਟ੍ਰੇਨਿੰਗ ਸੀਗੀ। ਚੜੇ ਵਿੱਚ ਕਟੋਰਾ ਸੁੱਟ ਦਿੰਦੇ ਨੇ ਤੇ ਬੱਚਿਆਂ ਨੂੰ ਕਹਿੰਦੇ ਨੇ ਭਾਈ ਆ ਕਟੋਰਾ ਕੱਢੋ ਬੇਟਿਓ। ਤੇ ਬੱਚਿਆਂ ਨੇ ਜੋ ਨਾ ਕਰਤੀ, ਭਾਈ ਲੈਣੇ ਵਾਲੇ ਇਸ਼ਾਰਾ ਅਜੇ ਵੇਖਦੇ ਹੀ ਨੇ, ਭਾਈ ਲੈਣਾ ਜੀ ਛਾਲ ਮਾਰ ਕੇ ਉਹ ਕਟੋਰਾ ਕੱਢ ਲੈਂਦੇ ਨੇ। ਇਹਨਾਂ ਸਾਰੇ ਟੈਸਟ ਵਿੱਚੋਂ ਜਦੋਂ ਅਖੀਰਲਾ ਟਾਈਮ ਆਉਂਦਾ ਤੇ ਜਿਹਨੂੰ ਕਹੀ ਕਿ ਸਭ ਤੋਂ ਔਖਾ ਟੈਸਟ ਕੀ ਸੀਗਾ, ਆ ਮੁਰਦਾ ਖਾਓ। ਹੁਣ ਇਹ ਕੰਮ ਕੈਨੀਬਾਲ ਦਾ ਸੀਗਾ, ਆਮ ਆਦਮੀਆਂ ਦਾ ਨਹੀਂ ਸੀ ਕਿ ਉਹ ਮੁਰਦਾ ਵੀ ਖਾ ਲੈਣ। ਖੜੇ ਨੇ ਭਾਈ, ਖਾਂਦੇ ਨਹੀਂ। ਸੱਚੇ ਪਾਤਸ਼ਾਹ ਦੀ ਹੁਕਮ ਨਹੀਂ ਕੀਤਾ, ਕਿੱਧਰੋਂ ਖਾਣਾ। ਇੱਥੋਂ ਦਾ ਮੈਂ ਟੈਸਟ ਪਾਸ ਹੋ ਗਿਆ ਭਈ ਹਾਂ ਵਿਚਕਾਰੋਂ ਸ਼ੁਰੂ ਕਰ ਦੋ। ਤੇ ਉਹਦੇ ਬਾਅਦ ਇਤਿਹਾਸ ਦੱਸਦਾ, ਸਾਖੀ ਦੱਸਦੀ ਆ ਕਿ ਉਹ ਕੜਾਹ ਪ੍ਰਸ਼ਾਦ ਦੀ ਦੇਗ ਸੀ, ਇਸ ਤਰ੍ਹਾਂ ਕਰਕੇ ਰੱਖੀ। ਇਹ ਸਾਰੇ ਟੈਸਟ ਵਾਸਤੇ ਉਹਨਾਂ ਪ੍ਰਪੇਅਰ ਕਰ ਦਿੱਤਾ ਸੀ ਭਾਈ ਲਹਿਣਾ ਜੀ ਨੂੰ ਕਿ ਆਹ ਜ਼ਿੰਦਗੀ 'ਚ ਤੈਨੂੰ ਲੰਘਣਾ ਪਵੇਗਾ। ਜਿਹੜੇ ਨੇ ਚਮਿਆਰ ਨੇ ਉਹਨਾਂ ਨੇ ਵੀ ਤੈਨੂੰ ਉਸ ਤਰ੍ਹਾਂ ਹੀ ਟ੍ਰੀਟਮੈਂਟ ਕਰਨਾ ਪਵੇ ਜਿਸ ਤਰ੍ਹਾਂ ਦੂਸਰਿਆਂ ਨਾਲ ਆ। ਤਰਖਾਣ ਨੇ ਜਿਹੜੇ ਕੰਧਾਂ ਬਣਾਉਂਦੇ ਨੇ, ਰਾਜ ਨੇ, ਉਹਨਾਂ ਨਾਲ ਵੀ। ਧੋਬੀ ਨੇ ਜਿਹੜੀ ਅੱਧੀ ਰਾਤ ਜਾ ਕੱਪੜੇ ਧੋਂਦੇ ਨੇ, ਤੂੰ ਹੀ ਉਹ ਧੋ ਕੇ ਵੇਖ ਲਏ ਨੇ। ਇਹ ਸਾਰੇ ਚ ਨਿਗਾਉਣ ਦੇ ਬਾਅਦ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਜਿਹੜਾ ਹੈ ਗੁਰਗੱਦੀ ਦੀ ਬਖਸ਼ਿਸ਼ ਕੀਤੀ। ਇਹ ਉਹਨਾਂ ਦਾ ਦੂਜਾ ਪਾਠ ਸੀਗਾ। ਇਹਨੂੰ ਗੁਰੂ ਵਿੱਚ should I continue or finish it? ਨਹੀਂ ਜੀ, ਬਸ ਆਪਾਂ ਅੱਗੇ ਫਿਰ ਦੁਬਾਰਾ ਤੇ ਮੌਕਾ ਲੱਗਿਆ ਫਿਰ ਤੁਹਾਨੂੰ ਆਵਾਂਗੇ। ਬੇਸਿਕਲੀ ਤੁਸੀਂ ਬੜਾ ਅੱਛਾ ਦੱਸਿਆ। ਜਿਹੜਾ ਇੱਕ ਲਫ਼ਜ਼ਾਂ 'ਚ ਮੈਂ ਸਮਰਾਈਜ਼ ਕਰਦਾ ਨੂੰ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲੇ ਆ ਕੇ ਜੋ ਗੁਰੂ ਭਾਈ ਲਹਿਣਾ ਨੇ ਸਿੱਖਿਆ, ਉਹਦੇ ਸਭ ਤੋਂ ਵੱਡਾ ਜਿਹੜੀ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਉਹ ਸੀ ਹੁਕਮ ਦੀ ਪਾਲਣਾ। ਘਾਲਣਾ ਕੀਤੀ, ਕਮਾਈ ਕੀਤੀ, ਲੇਕਿਨ ਹੁਕਮ ਦੀ ਪਾਲਣਾ ਆਪਦੇ ਪਾਤਸ਼ਾਹ ਦੀ। ਜੋ ਪਾਤਸ਼ਾਹ ਨੇ ਕਿਹਾ, ਸਤ ਬਚਨ ਕਰਕੇ ਮੰਨਿਆ। ਆਈ ਥਿੰਕ ਦੈਟ ਵਾਸ ਦਾ ਬਿਗੇਸਟ ਦੇਨ ਜਿਹੜੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਜਿਹੜੀ ਸੀਗੀ। ਹਾਂਜੀ, ਉਹਦੇ ਵਿੱਚ ਜੀ ਹੁਕਮ ਦੀ ਪਾਲਣਾ ਕੀਤੀ। ਹਾਂਜੀ, ਅੱਗੇ ਜੀ ਆਪਾਂ ਤੁਸੀਂ ਵੀਰ ਜੀ ਸਰਦਾਰ ਜਗਤਾਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਅੱਗੇ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗੱਦੀ ਮਿਲਦੀ ਹੈ, ਉਹਨਾਂ ਵਿੱਚ ਕੀ ਲੀਡਰਸ਼ਿਪ ਕੁਆਲਿਟੀਜ਼ ਦੇਖੀਆਂ ਗੁਰੂ ਅਮਰਦਾਸ ਜੀ ਮਹਾਰਾਜ ਨੇ? ਇਨ ਜਨਰਲ ਗੱਲ ਕਰਾਂਗਾ ਇੱਥੇ ਕਿ ਜਿਹੜੀਆਂ ਲੀਡਰਸ਼ਿਪ ਕੁਆਲਿਟੀਜ਼ ਆਪਣੇ ਗੁਰੂ ਸਾਹਿਬਾਨਾਂ 'ਚ ਮਿਲੀਆਂ, ਉਹਨਾਂ ਦੇ ਵਿੱਚ ਜਿਵੇਂ ਆ ਹੁਣੇ ਹੀ ਦੱਸਿਆ ਭਾਈ ਸਾਹਿਬ ਨੇ ਵੀ ਕਹਿਣਾ ਮੰਨਣ ਦੀ ਗੱਲ ਹੈਗੀ, ਫਿਰ ਨਿਮਰਤਾ ਬਹੁਤ ਜ਼ਰੂਰੀ ਹੈ, ਟਰੂਥਫੁਲਨੈਸ ਬਹੁਤ ਜ਼ਰੂਰੀ ਹੈ, ਤੇ ਸੇਵਾ ਬਹੁਤ ਜ਼ਰੂਰੀ ਹੈ। ਅੱਗੇ ਨੈਕਸਟ ਪਾਤਸ਼ਾਹ ਜਿਹੜੇ ਆਉਂਦੇ ਨੇ ਉਹ ਫਿਰ ਕਿਵੇਂ ਉਹਨਾਂ ਨੇ ਗਾਗਰ ਢੋਈ, 12 ਸਾਲ ਕਿੰਨੀ ਸੇਵਾ ਕੀਤੀ। ਹਾਂਜੀ, ਉਹ ਸੇਵਾ ਜਿਹੜੀ ਹੈ ਉਹ ਵੀ ਬਹੁਤ ਜ਼ਰੂਰੀ ਹੈ। ਜਿੰਨੇ ਵੀ ਤਕਰੀਬਨ ਸਿੱਖੀ ਦੇ ਅਸੂਲ ਨੇ ਸਾਡੇ, ਉਹ ਜਿੰਨੇ ਸਾਡੇ ਲੀਡਰਸ ਦੇ ਵਿੱਚ ਹੋਣੇ ਚਾਹੀਦੇ ਨੇ, ਉਹ ਉਚਾਈ ਦੇ ਜ਼ਰੂਰ ਨੇ। ਫੋਰਗਿਵਨੈਸ ਆਪਾਂ ਅਰਦਾਸ ਵਿੱਚ ਕਹਿੰਦੇ ਹਾਂ, ਦੇਖ ਕੇ ਅਣਡਿੱਠ ਕਰਨਾ, ਇਹ ਵੀ ਕੁਆਲਿਟੀਜ਼ ਜਿਹੜੀਆਂ ਆਪਣੇ ਲੀਡਰਸ ਦੇ ਵਿੱਚ ਹੋਣੀ ਚਾਹੀਦੀ, ਜਿਹੜੇ ਕਿ ਸਾਡੇ ਗੁਰੂ ਸਾਹਿਬਾਨਾਂ ਦੇ ਵਿੱਚ ਸੀਗੀਆਂ। ਬਾਕੀ ਤੁਸੀਂ ਪਹਿਲਾਂ ਹੀ ਮੈਂਸ਼ਨ ਕਰ ਦਿੱਤਾ ਕਿ ਜਿੰਨੇ ਵੀ ਆਪਣੇ ਗੁਰੂ ਸ਼ੁਰੂ 'ਚ ਜਿਵੇਂ ਸਟਾਰਟ ਹੋਏ ਨੇ, ਉਹ ਗੁਰੂ ਬਣੇ ਨੇ ਇੱਦਾਂ ਨਹੀਂ ਵੀ ਪਿਤਾ ਪੁਰਖੀ ਰਾਜ ਚੱਲਿਆ। ਸਿਲੈਕਸ਼ਨ ਪ੍ਰੋਸੈਸ ਹੋਈ ਹੈ। ਜਿਹੜਾ ਕਿ ਉਸ ਚੀਜ਼ ਦੇ ਕਾਬਲ ਸੀਗਾ, ਉਹਨਾਂ ਨੂੰ ਗੁਰੂਡਮ ਦੀ ਥਾਪਣਾ ਮਿਲੀ ਹੈ, ਨਾ ਕਿ
ਜਿਵੇਂ ਅੱਜ ਕੱਲ੍ਹ ਗੁਰਦੁਆਰਿਆਂ ਦੇ ਵਿੱਚ ਚੱਲਿਆ ਹੋਇਆ ਇਲੈਕਟ ਕਰੋ ਜੀ, ਮੇਰੀਆਂ ਇੰਨੀਆਂ ਵੋਟਾਂ ਹੋ ਗਈਆਂ, ਮੈਂ ਇੰਨਿਆਂ ਨੂੰ ਆਹ ਖਿਲਾਇਆ ਆਹ ਪਿਲਾਇਆ ਤੇ ਮੈਂ ਜਿੱਤ ਗਿਆ, ਮੈਂ ਪ੍ਰੈਜ਼ੀਡੈਂਟ ਬਣ ਗਿਆ। ਉਹ ਗੱਲਾਂ ਨਹੀਂ ਸੀ ਉਸ ਟਾਈਮ। ਸਿਲੈਕਸ਼ਨ ਜਿਹੜਾ ਕਿ ਕਾਬਲ ਸੀਗਾ ਉਹਨੂੰ ਗੁਰੂ ਸਾਹਿਬ ਨੇ ਅੱਗੇ ਗੁਰੂ ਦਮ ਦਿੱਤੀ। ਬਾਕੀ ਸਰਬੱਤ ਦਾ ਭਲਾ, ਚੜ੍ਹਦੀ ਕਲਾ 'ਚ ਰਹਿਣਾ, ਪ੍ਰੋਗਰੈਸਿਵ ਆਪਟੀਮਿਜ਼ਮ ਜਿਹੜੀ ਨੇ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਜਿਹੜੇ ਗੁਰੂਆਂ ਦੇ ਵਿੱਚ ਹੋਣੀਆਂ ਚਾਹੀਦੀਆਂ। ਤੇ ਇਹ ਇੰਨੀਆਂ ਚੀਜ਼ਾਂ ਹੀ ਮੈਂ ਕਹਿਣੀਆਂ ਚਾਹਾਂਗਾ ਕਿ ਤੁਸੀਂ ਕਹਿਣਾ। ਹਾਂਜੀ, ਕੈਨ ਆਈ ਐਡ ਸਮਥਿੰਗ? ਹਾਂਜੀ ਮੈਨੂੰ ਅਕਬਰ ਵਾਲੀ ਇੱਕ ਯਾਦ ਆਈ ਹੈ ਕਿ ਪੰਗਤ ਤੇ ਸੰਗਤ ਕੇ ਪਹਿਲਾਂ ਪੰਗਤ ਵਿੱਚ ਪਹਿਲਾਂ ਲੰਗਰ ਛਕੋ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਸੰਗਤ ਵਿੱਚ ਜਾਓ। ਗੁਰੂ ਅਮਰਦਾਸ ਜੀ ਦੇ ਟਾਈਮ ਤੇ ਹੀ ਹੋਇਆ ਸੀ ਨਾ ਜਦ ਅਕਬਰ ਆਇਆ ਸੀ। ਹਾਂਜੀ ਹਾਂਜੀ ਤੇ ਉਹ ਲੰਗਰ ਦੀ ਪ੍ਰਥਾ ਸ਼ੁਰੂ ਹੋਈ ਤੇ ਫਿਰ 22 ਮੰਜੀਆਂ ਵੀ ਉਹਨਾਂ ਦੇ ਟਾਈਮ ਤੇ ਹੀ ਥਾਪੀਆਂ ਗਈਆਂ ਸੀ। ਭਾਈ ਗੁਰਦਾਸ ਜੀ ਨੂੰ ਉਹਨਾਂ ਨੇ ਭੇਜਿਆ ਸੀਗਾ ਆਗਰੇ ਵੱਲ ਸਿੱਖੀਜ਼ਮ ਦਾ ਸਤੀ ਪ੍ਰਥਾ ਨੂੰ ਰੋਕਿਆ। ਮੈਨੂੰ ਏਦਾਂ ਟੀਚਿੰਗਸ ਆਫ ਗੁਰੂ ਅਮਰਦਾਸ ਜੀ ਸਾਨੂੰ ਹੁੰਦੀਆਂ ਸੀਗੀਆਂ। ਸਾਰੇ ਗੁਰੂ ਸਾਹਿਬਾਨਾਂ ਨੇ ਫਿਰ ਕਾਸਟ ਸਿਸਟਮ ਦੇ ਵਿਰੁੱਧ ਵੀ ਗੱਲਾਂ ਚੱਕੀਆਂ ਤੇ ਬਾਕੀ ਸੁਪਰਸਟੀਸ਼ੀਅਸ ਜਿਹੜੀਆਂ ਰਿਲੀਜੀਓਸਿਟੀਜ਼ ਕਰਦੇ ਨੇ, ਅੱਜ ਬੁੱਧਵਾਰ ਹੈ, ਅੱਜ ਵੀਰਵਾਰ ਨੂੰ ਆਹ ਕੰਮ ਨਹੀਂ ਹੋਣਾ। ਇਹ ਸਾਰੇ ਆਪਣੇ ਗੁਰੂ ਸਾਹਿਬਾਂ ਦੇ ਵਿੱਚ ਇਹ ਕੁਆਲਿਟੀਜ਼ ਹੋਣੀ ਚਾਹੀਦੀ। ਸਭ ਬਰਾਬਰ ਨੇ, ਪਰਦੇ ਬਰਾਬਰਤਾ ਦਾ ਜਿਹੜਾ ਇਗੈਲਿਟੇਰੀਅਨ ਅਪਰੋਚ ਹੈ। ਸੋ ਮੇਰੇ ਹਿਸਾਬ ਨਾਲ ਤਕਰੀਬਨ ਇਹ ਸਾਰੀ ਚੀਜ਼ਾਂ ਗੁਰੂ ਜਿਹੜੇ ਸਾਡੇ ਲੀਡਰਸ ਨੇ ਉਹਨਾਂ ਦੇ ਵਿੱਚ ਹੋਣੀ ਚਾਹੀਦੀ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ, ਥੈਂਕ ਯੂ ਜੀ। ਤੁਸੀਂ ਵੀਰ ਜੀ ਸਰਦਾਰ ਜਸਵੀਰ ਸਿੰਘ ਜੀ, ਤੁਹਾਡਾ ਨੰਬਰ ਹੈ ਜੀ, ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਤੁਸੀਂ ਵੀ ਇਹ ਜਿਹੜਾ ਸਾਡਾ ਗੁਰਮਤ ਦੇ ਵਿੱਚ, ਸਿੱਖੀ ਦੇ ਵਿੱਚ ਕਿਸ ਤਰ੍ਹਾਂ ਦਾ ਲੀਡਰਸ਼ਿਪ ਮਾਡਲ ਹੈ ਗੁਰੂ ਸਾਹਿਬ ਦੇ ਜੀਵਨ ਨੂੰ ਦੇਖ ਕੇ? ਕੀ ਕੁਆਲਿਟੀਜ਼ ਉਹਨਾਂ ਨੇ ਦੇਖੀਆਂ ਲੀਡਰ ਸਿਲੈਕਟ ਕਰਨ ਤੋਂ ਪਹਿਲਾਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲੀ ਗੱਲ ਤੇ ਹੈ ਜੋ ਲੀਡਰ ਹੁੰਦਾ ਹੈ ਉਹਦੇ ਵਾਸਤੇ ਆਪਣੇ ਇੰਟਰਸਟ ਤੋਂ ਜ਼ਿਆਦਾ ਆਪਣੀ ਕਮਿਊਨਿਟੀ ਦਾ, ਨੇਸ਼ਨ ਦਾ ਇੰਟਰਸਟ ਅੱਗੇ ਹੁੰਦਾ ਹੈ। ਦੂਸਰਾ, ਜਦੋਂ ਉਹ ਕਿਸੇ ਦੂਸਰੇ ਕੈਂਡੀਡੇਟ ਨੂੰ ਸਿਲੈਕਟ ਕਰਦਾ ਹੈ, ਜਿਵੇਂ ਗੁਰੂ ਨਾਨਕ ਦੀ ਗੱਲ ਚੱਲੀ, ਲਹਿਣਾ ਜੀ ਦੀ ਗੱਲ ਚੱਲੀ, ਗੁਰੂ ਅੰਗਦ ਜੀ ਬਣੇ, ਉਹਨਾਂ ਨੇ ਕੋਈ ਨੈਪੋਟਿਜ਼ਮ ਜਿਹਨੂੰ ਕਹਿੰਦੇ ਨਾ ਅੱਜ ਕੱਲ੍ਹ, ਮੇਰਾ ਰਿਸ਼ਤੇਦਾਰ ਹੈ ਜੀ, ਮੇਰਾ ਫਰੈਂਡ ਹੈ ਜੀ, ਮੇਰਾ ਫਲਾਣੇ ਨੂੰ ਪੈਦਾ ਉਠਾਓ, ਉਹਨੂੰ ਅੱਗੇ ਲਗਾ ਦਿਓ, ਨਹੀਂ। ਗੁਰੂ ਮਹਾਰਾਜ ਨੇ ਉਹਨਾਂ ਨੇ ਬੜੀ ਪਰਖ ਕੀਤੀ, ਬੜੀ ਔਖੀ ਪਰਖ ਕੀਤੀ। ਹਾਂਜੀ, ਕਿਹਾ ਜਾਂਦਾ ਕੋਈ ਕਹੇ ਭੂਤਨਾ, ਕੋਈ ਕਹੇ ਕੁਛ। ਉਹ ਗੁਰੂ ਮਹਾਰਾਜ ਨੇ ਉਹਨਾਂ ਗਾਲਾਂ ਵੀ ਕੱਢੀਆਂ, ਉਹਨਾਂ ਅੱਗੇ ਤੁਰ ਪਏ ਤਾਂ ਉਹ ਕਹਿੰਦੇ ਜੀ ਮੇਰਾ, ਉਹ ਪਿੱਛੇ 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 ਆਉਂਦੇ ਰਹੇ ਤੇ ਉਹਨਾਂ ਨੇ ਉਹ ਕੁਆਲਿਟੀ ਦੇਖੀ, ਡਿਵੋਸ਼ਨ ਐਂਡ ਦ ਮੈਰਿਟ। ਸੋ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਨਹੀਂ ਚੁਣਿਆ, ਲੇਕਿਨ ਉਹਨੇ ਇਹ ਦੇਖਿਆ ਕਿ ਕਿਸ ਇਨਸਾਨ ਵਿੱਚ ਮੈਰਿਟ ਹੈ ਜਿਹੜਾ ਕਿ ਉਹਨਾਂ ਦਾ ਮਿਸ਼ਨ ਅੱਗੇ ਲਿਜਾ ਸਕੇ। ਦੈਟ ਵਾਜ਼ ਸਕਸੈਸ਼ਨ ਪਲਾਨ। ਜਿਹੜਾ ਗ੍ਰੇਟ ਲੀਡਰ ਹੁੰਦਾ ਹੈ ਉਹ ਹਮੇਸ਼ਾ ਆਪਣੀ ਸਕਸੈਸ਼ਨ ਪਲਾਨ ਸੋਚਦਾ ਹੈ। ਗੁਰੂ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੂਰ ਦੀ ਸੋਚੀ, ਫਾਰ ਵਿਜ਼ਨ ਜੋ ਕਹਿੰਦੇ ਆ। ਉਹਨਾਂ ਨੇ ਜੋ ਆਪਣੀ ਫਿਲਾਸਫੀ ਰੱਖੀ ਸੰਸਾਰ ਅੱਗੇ, ਉਹ ਇਹ ਨਹੀਂ ਕਿ ਆਪਣੀ ਪੋਥੀ ਲੈ ਕੇ ਚਲੇ ਗਏ, ਠੀਕ ਹੈ ਵੀ ਪਈ ਹੈ, ਨਹੀਂ। ਉਹਨਾਂ ਦੀ ਵਿਜ਼ਨ ਸੀ ਕਿ ਅਗਰ ਮੈਂ ਸਮਾਜ ਨੂੰ ਬਦਲਣਾ ਹੈਗਾ, ਚੇਂਜ ਕਰਨਾ ਹੈ, ਤਾਂ ਇਹ ਮੇਰਾ ਫਾਰ ਵਿਜ਼ਨ ਹੈ, ਬੜੇ ਦੂਰਦਰਸ਼ਤਾ ਮੇਰੀ। ਉਸ ਵਾਸਤੇ ਮੈਨੂੰ ਇੱਕ ਸਕਸੈਸ਼ਨ ਚਾਹੀਦੀ। ਦੇਖੋ ਭਗਤ ਕਬੀਰ ਹੋਏ ਨੇ, ਠੀਕ ਹੈ, ਬਹੁਤ ਵੱਡੇ ਮਹਾਤਮਾ ਸੰਤ ਹੋਏ, ਭਗਤ ਹੋਏ, ਅਸੀਂ ਕਹਿੰਦੇ ਆ ਜੀ, ਬੜੇ ਬੜੇ ਗ੍ਰੰਥ ਲਿਖੇ ਉਹਨਾਂ ਨੇ, ਲੇਕਿਨ ਉਹ ਆਪਣੇ ਗ੍ਰੰਥਾਂ ਵਿੱਚ ਜੋ ਉਹਨਾਂ ਦੀ ਫਿਲਾਸਫੀ ਸੀ ਉਹਨੂੰ ਅੱਗੇ ਵਧਾਉਣ ਵਾਸਤੇ ਕੁਛ ਨਹੀਂ ਕੀਤਾ। ਠੀਕ ਹੈ, ਲਿਖਵਾ ਕੇ ਕੁਛ ਚਲੇ ਗਏ, ਬਸ ਖਤਮ। ਅੱਜ ਉਹਨਾਂ ਦਾ ਕੀ ਹਸਤੀ ਹੈ, ਕੋਈ ਜਾਣਦਾ? ਕਬੀਰਪੰਥੀ, ਕੋਈ ਮੈਂ ਜੀ ਕਬੀਰਪੰਥੀਆਂ ਕੀ ਕਰਦੇ? ਕੋਈ ਸਾਰੇ ਉਹਨਾਂ ਦੇ ਜਿੰਨੇ ਵੀ ਮੰਦਿਰ ਹੈ ਜਾਂ ਮੱਠ ਹੈਗੇ ਸਭ ਦੂਜਿਆਂ ਨੇ ਕਬਜ਼ੇ ਕੀਤੇ ਹੋਏ ਨੇ। ਸੋ ਦੇ ਹੈਡ ਨੋ ਸਕਸੈਸ਼ਨ ਪਲਾਨ, ਨੋ ਫਾਰ ਵਿਜ਼ਨ। ਭਾਵੇਂ ਭਗਤ ਕਬੀਰ ਜੀ ਦਾ ਇੰਨੀ ਬਾਣੀ ਗੁਰੂ ਸਾਹਿਬ ਨੇ ਐਡ ਕੀਤੀ ਹੈ, ਲੇਕਿਨ he did not have the vision of creating a new society, creating a new model of human society based on the ideas and the principles of humanity. So ਇਹ ਚੀਜ਼ਾਂ ਜਿਹੜੀਆਂ ਨੇ ਇੱਕ ਲੀਡਰ ਦੇ ਮਨ ਚ ਹੋਣੀ ਚਾਹੀਦੀਆਂ ਨੇ।
और सब तो बड़ी की गल ये है कि जो लीडर है वो अपना इंटरेस्ट नहीं देखना पहले। आजकल की हो रहा है, ਜਿਹੜਾ ਲੀਡਰ ਬਣਦਾ ਆਪਣੀ ਲੁੱਟ ਕਸੂਟ ਆਪਣੇ ਵਾਸਤੇ ਸੋਚਦਾ ਹੈ, ਬਾਕੀ ਲੋਕ ਜਿੱਥੇ ਜਾਣ ਮਰਜ਼ੀ ਕਰੇ। ਪੰਜਾਬ ਦਾ ਜੋ ਹਾਲਤ ਇਸ ਵੇਲੇ ਹੈ, ਸਾਡੇ ਆਪਣੇ ਲੀਡਰ ਪਤਾ ਲੱਗਿਆ ਹੈ ਕਿ ਦੋ ਡਰਗ ਇਨਵੋਲਵ ਨੇ, ਕੁਛ ਹੈ, ਪੈਸਾ 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 ਹੋ ਗਿਆ ਹੈ। देयर इज नो लीडरशिप क्वालिटी। सैक्रीफाइस करना ठीक है, सारा गड़ी की गल भी जी बड़ी ही जज्बाती कविता पढ़ी है वासु डॉक्टर साहब ने, वो फॉलोअर सीगे, वो जो लड़ाई के अंदर खुद लीडरशिप शो की है। लेकिन मैं हैरान होना, देखो मैं इटली गया, उत्थे भी सैकेंड वर्ल्ड वार दे विच जो वो एक बैटर की गल करने हैं। सैकेंड वर्ल्ड वार में जो सिखा की कंट्रीब्यूशन सी टू फ्री द वर्ल्ड फ्रॉम दिस नाजी आइडियोलॉजी जिन्हें उन्होंने सैक्रीफाइस की है। Even Churchill wrote in his speech, and there's a plate given in the Indian War Memorial in Forli, which is some hours away from Milan to when we go to Venice. वैसे बड़ा जबरदस्त वार मेमोरियल बनया हुआ है। वो ते बहुत बड़ा एक मेमोरियल है, सिख 2 सिख सोल्जर्स हैं और वो एक इटालियन सोल्जर जो जख्मी है उन लेके चल रहे हैं। बड़ा ब्यूटीफुल मेमोरियल है। वो देखना प्लेट लगी हुई है, वो चर्चिल की स्टेटमेंट है कि अज असी फ्रीडम और ऑनर दे नाल जिंदगी बता रहे हैं बिकॉज दीज पीपल डाइड फॉर अस व्हाइल वेयरिंग देयर टर्बन्स। जी पर अज असी किथे हैं? ਅੱਜ ਅਸੀਂ ਕਿਤੇ ਆ? ਸਾਡੀ ਕੋਈ ਕਿਤੇ ਵਕਤ ਨਹੀਂ। ਇੰਗਲੈਂਡ ਵਿੱਚ ਜਿਨ੍ਹਾਂ ਕਿ ਸਿੱਖਾਂ ਨੂੰ ਮਾਨਤਾ ਮਿਲਣੀ ਚਾਹੀਦੀ ਸੀ, ਉੱਥੇ ਵੀ ਸਾਡੀ ਇੱਕ ਸੈਕੰਡ ਕਲਾਸ ਹੀ ਹੈ। ਠੀਕ ਹੈ, ਹੁਣ ਜ਼ਿਆਦਾ ਹੋ ਗਏ ਹਨ, ਕਦੀ ਕਦੀ ਸਾਡੇ ਅਗੇਂਸਟ ਰਾਈਟਸ ਵੀ ਹੁੰਦੇ ਹਨ, ਰੇਸ਼ੀਅਲ ਕ੍ਰਾਈਮ ਵੀ ਹੁੰਦੇ ਹਨ, ਹੇਟ ਕ੍ਰਾਈਮ ਵੀ ਹੁੰਦੇ ਹਨ, ਬਾਕੀ ਗੋ ਬੈਕ ਸਾਨੂੰ ਵੀ ਕਿਹਾ ਜਾਂਦਾ। ਲੇਕਿਨ ਉਹ ਅਸੀਂ ਆਪਣੀ ਐਸਟੈਬਲਿਸ਼ ਕਿਉਂ ਨਹੀਂ ਕਰ ਸਕੇ? ਅਸੀਂ ਲੋਕਾਂ ਦੀ ਸੇਵਾ ਬੜੀ ਕੀਤੀ ਹੈ, ਲੇਕਿਨ ਆਪਣੇ ਆਪ ਨੂੰ ਅਸੀਂ ਐਸਟੈਬਲਿਸ਼ ਨਹੀਂ ਕਰ ਸਕੇ। ਕਿਸੇ ਪੋਇਟ ਨੇ ਕਿਹਾ, ਮੈਂ ਨਾਮ ਨਹੀਂ ਜਾਣਦਾ, ਇਹ ਸਿੱਖ ਫੌਜਾਂ ਵਾਸਤੇ ਜਿੱਤ ਕੇ ਵੀ ਹਾਰ ਜਾਂਦੀਆਂ ਨੇ। ਕਿਉਂ? ਹਾਂਜੀ, ਸ਼ਾਹ ਮੁਹੰਮਦ ਸ਼ਾਹ ਮੁਹੰਮਦ ਦੀਆਂ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਹਾਂਜੀ, ਕਿਉਂਕਿ ਲੀਡਰਸ਼ਿਪ ਦੀ ਲੈਕ ਆਫ ਲੀਡਰਸ਼ਿਪ। ਠੀਕ ਹੈ ਜੀ। ਸੋ ਇਹ ਗੱਲਾਂ ਜਿਹੜੀਆਂ ਨੇ, ਇਹ ਲੀਡਰ ਵਾਸਤੇ ਬੜਾ ਵਿਜ਼ਨ, ਡੈਡੀਕੇਸ਼ਨ ਟੂ ਦੀ ਮਿਸ਼ਨ और अपने आदमी लोगों का ख्याल करना और कौम की भलाई वास्ते अपना वारना, एक लीडर की क्वालिटीज हैं जी। बाकी फॉर विजन होनी चाहिए। हिंदुस्तान की आज़ादी में असी फेल हो गए क्योंकि साडी लीडरशिप साडी फेल हो गई। ठीक है जी। तो बहुत बहुत धन्यवाद जी। सॉरी मैं कुछ अपोजिट व्यू लिया है। नहीं ਆਪੋਜ਼ਿਟ ਵਿਊ ਕੋਈ ਨਹੀਂ ਹੈ ਤੁਹਾਡਾ ਵਿਊ ਥੋੜਾ ਜਿਹਾ, ਤੁਹਾਡਾ ਵਿਊ ਠੀਕ ਹੈ, ਨਾਲ ਤੁਸੀਂ ਕ੍ਰਿਟੀਕਲ ਐਨਾਲਿਸਿਸ ਵੀ ਕਰ ਰਹੇ ਹੋ, ਠੀਕ ਹੈ। ਇਹ ਐਕਚੁਅਲੀ ਗੁਰਮਤ ਦਾ ਜਿਹੜਾ ਲੀਡਰਸ਼ਿਪ ਮਾਡਲ ਆ ਉਹ ਸਰਵੈਂਟ ਲੀਡਰਸ਼ਿਪ ਮਾਡਲ ਆ। ਮੈਂ ਇੱਥੇ ਆਉਣਾ ਚਾਹੁੰਦਾ ਸੀ, ਜਿਹੜੇ ਤੁਸੀਂ ਕੁਆਲਿਟੀਜ਼ ਲਈਆਂ ਨੇ ਸਰਵੈਂਟ ਲੀਡਰਸ਼ਿਪ ਮਾਡਲ ਦੀਆਂ, ਇੱਥੇ US ਕਾਰਪੋਰੇਟ ਵਰਲਡ ਦੇ ਵਿੱਚ ਵੀ, ਵੈਸਟਰਨ ਵਰਲਡ ਦੇ ਵਿੱਚ ਇਟ ਹੈਜ਼ ਬਿਕਮ ਵੈਰੀ ਫੇਮਸ। ਲੀਡਰ ਉਹੀ ਬਣਦੇ ਨੇ ਕਾਰਪੋਰੇਸ਼ਨਸ ਵਗੈਰਾ ਦੇ ਵਿੱਚ ਵੀ ਉੱਚੇ, ਜਿਨ੍ਹਾਂ ਦੇ ਵਿੱਚ ਸਰਵਿਸ ਐਟੀਟਿਊਡ ਹੈ। ਤੁਸੀਂ ਦੇਖੋ ਕਿੰਗ ਚਾਰਲਸ ਨੇ ਵੀ ਕੀ ਕਿਹਾ, ਹੁਣ ਉਹਨੇ ਕਿਹਾ ਆਮ ਗੋਇੰਗ ਟੂ ਸਰਵ ਦ ਨੇਸ਼ਨ। ਹੈ ਜਿਹੜਾ ਸਰਵਿਸ ਮਾਡਲ ਹੈ ਸਿੱਖੀ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਇੱਕ ਦੇਖੋ ਆਪਣੇ ਚੇਲੇ ਨੂੰ ਉਹਨਾਂ ਨੇ ਕਹਿੰਦਾ ਉਲਟੀ ਰੀਤ ਭਾਈ ਗੁਰਦਾਸ ਜੀ ਕਹਿੰਦੇ ਚਲਾਤੀ ਹੈ, ਪੁੱਤਰੀ ਕੌਲ ਨਾ ਪਾਲਿਓ ਗੁਰ ਅੰਗਦ ਕੀਓ ਸਿਰ ਭਾਰਾ। ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਚੱਕ ਕੇ ਮੱਥਾ ਟੇਕਤਾ ਤੇ ਸੀਸ ਦੇ ਨਾਲ ਲਾ ਲਿਆ ਉਹਨਾਂ ਦੇ ਸੀਸ ਦੇ। ਕਿਉਂ? ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਨੇ ਕੁਆਲਿਟੀਜ਼ ਇਨਕਲਕੇਟ ਕੀਤੀਆਂ, ਉਹ ਕੁਆਲਿਟੀਜ਼ ਉਹਨਾਂ 'ਚ ਆਈਆਂ, ਹੁਕਮ ਦੀ ਪਾਲਣਾ ਕੀਤੀ। ਦੂਜੇ ਪਾਸੇ ਉਹਨਾਂ ਦਾ ਲੀਡਰਸ਼ਿਪ ਮਾਡਲ ਦੇ ਵਿੱਚ ਸੀ ਸੇਵਾ ਹੈ, ਨਿਮਰਤਾ ਹੈ, ਜਿਹੜੀਆਂ ਆਲ ਕੁਆਲਿਟੀਜ਼ ਆਪਾਂ ਗੱਲਾਂ ਕਰ ਚੁੱਕੇ ਹਾਂ। ਇੱਕ ਅਨਦਰ ਬਿਗ ਥਿੰਗ ਵਾ ਦੇ ਲੰਮੀ ਨਜ਼ਰ ਨਿਹਾਲੀ ਹੈ, ਉਹ ਵੀ ਉਹਨਾਂ ਨੇ ਦਰਸਾਈ ਉਹਦੇ ਵਿੱਚ। ਜਦੋਂ ਅਸੀਂ ਦੇਖੀਏ ਵੀ ਉਹ ਜਿਹੜਾ ਵੈਸਟਰਨ ਕਨਸੈਪਟ ਅੱਜ ਆ ਰਿਹਾ, ਸਾਡਾ 500 ਸਾਲ ਦਾ ਮਾਡਲ ਗੁਰੂ ਪਾਤਸ਼ਾਹ ਨੇ ਸਾਨੂੰ ਦਿੱਤਾ ਹੋਇਆ। ਇਫ ਵੀ ਫੇਲਡ ਟੂ ਰੈਕਗਨਾਈਜ਼ ਐਂਡ ਐਕਟ ਅਪਨ ਅਸ, ਫਾਲਟ ਇਜ਼ ਵਿਦ ਅਸ। ਜੇ ਸਾਡੇ ਵਿੱਚ ਕਮੀਆਂ ਨੇ ਨਾ ਜੀ, ਕਿਉਂਕਿ ਅਸੀਂ ਗੁਰੂ ਦੇ ਮੈਸੇਜ ਨੂੰ ਪੜ੍ਹਿਆ, ਸੁਣਿਆ ਹੈ, ਵਿਚਾਰਿਆ ਨਹੀਂ, ਰਿਫਲੈਕਟ ਨਹੀਂ ਕੀਤਾ ਤੇ ਜੀਵਨ ਦੇ ਵਿੱਚ ਨੂੰ ਧਾਰਿਆ ਨਹੀਂ। ਇਹੀ ਸਾਡੀਆਂ ਆਰਗੇਨਾਈਜੇਸ਼ਨ ਦੇ ਵਿੱਚ ਜਿੱਥੇ ਇੰਨੀਆਂ ਕੁਰਬਾਨੀਆਂ ਨੇ, ਉੱਥੇ ਦੁਖਾਂਤ ਵੀ ਇਹੀ ਹੈ, ਕਿਉਂਕਿ ਉੱਥੇ ਫੇਵਰੇਟਿਜ਼ਮ, ਨੈਪੋਟਿਜ਼ਮ,
ਦੂਜੀਆਂ ਗੱਲਾਂ ਆ ਗਈਆਂ, ਜਿਹੜੀਆਂ ਅਸਲੀਅਤ ਜਿਹੜੀ ਸੀਗੀ ਗੁਣ ਉਹ ਅਸੀਂ ਦੇਖੇ ਨਹੀਂ ਹੈ। ਬਹੁਤ ਅੱਛਾ ਜੀ ਤੁਹਾਡਾ ਸਾਰਿਆਂ ਦਾ ਜੋ ਤੁਸੀਂ ਕਰ ਰਹੇ ਹੋ। ਹਾਂਜੀ ਅੱਗੇ ਮੈਂ ਆਵਾਂਗਾ ਡਾਕਟਰ ਕੁਲਵਿੰਦਰ ਸਿੰਘ ਜੀ, ਤੁਸੀਂ ਕੀ ਜੀ ਆਇਆਂ ਨੂੰ ਜੀ, ਤੁਸੀਂ ਕੀ ਵਾਹਿ ਖਾਲਸਾ ਵਾਹਿ ਜੀ ਫਤਿਹ, ਤੁਸੀਂ ਕੀ ਕਹਿਣਾ ਚਾਹੋਗੇ ਲੀਡਰਸ਼ਿਪ ਮਾਡਲ ਦੇ ਉੱਤੇ? ਕਿਉਂਕਿ ਗੁਰੂ ਸਾਹਿਬ ਨੇ ਇੱਕ ਗੱਲ ਤਾਂ ਕਲੀਅਰ ਕਹਿਤੀ, ਤਖਤ ਰਾਜਾ ਸੋਭ ਹੈ ਜੇ ਤਖਤੇ ਲਾਇਕ ਹੋਈ। ਤੁਸੀਂ ਕੀ ਕਹਿਣਾ ਚਾਹੋਗੇ ਜੀ ਲੀਡਰਸ਼ਿਪ ਮਾਡਲ ਦੇ ਉੱਤੇ ਸਿੱਖੀ ਦੇ ਵਿੱਚ? ਫਤਿਹ, ਵਾਹਿ ਖਾਲਸਾ ਵਾਹਿ ਜੀ ਫਤਿਹ ਜੀ। ਮੇਰੀ ਠੀਕ ਸ਼ੁਰੂ ਕੀਤਾ ਤਾਂ ਮੈਂ, ਕਿਉਂਕਿ ਪਹਿਲਾਂ ਤਾਂ ਮੈਂ ਇਨ ਟੱਚ ਨਹੀਂ ਰਿਹਾ, ਸੌਰੀ ਫॉर ਲੇਟ। ਤੇ ਜੋ ਆਪ ਜੀ ਨੇ ਤੇ ਭਾਟੀਆ ਸਾਹਿਬ ਕਹਿ ਰਹੇ ਸੀ, ਉੱਥੋਂ ਹੀ ਮੈਂ ਚੀਜ਼ ਨੂੰ ਕੈਚ ਕਰਕੇ ਉਸੇ ਪੁਆਇੰਟ ਨੂੰ ਲੈਣਾ ਚਾਹਾਂਗਾ ਕਿ ਸਰਵੈਂਟ ਲੀਡਰਸ਼ਿਪ। ਸਰਵੈਂਟ ਲੀਡਰਸ਼ਿਪ ਤੋਂ ਮੈਨੂੰ ਭਾਈ ਗੁਰਦਾਸ ਜੀ ਦੀ ਇੱਕ ਵਾਰ ਯਾਦ ਆਈ ਹੈ, ਨਹੀਂ ਕਰੇਗੀ ਕਿਉਂਕਿ ਸਾਡੀ ਪਕੜ ਚੋਂ ਬਾਹਰ ਹੁੰਦੀ ਚੀਜ਼। ਮੁਰਦਾ ਹੋਏ ਮੁਰੀਦ, ਪਹਿਲੀ ਡੈਫੀਨੇਸ਼ਨ ਦਿੱਤੀ ਹੈ ਕਿ ਹੀ ਸ਼ੁੱਡ ਬੀ ਡੈਡ। ਹੁਣ ਅਸੀਂ ਸੋਚਾਂਗੇ ਹਮੇਸ਼ਾ ਹਰ ਜਿਹੜਾ ਗੁਰੂ ਚਾਹੁੰਦਾ ਮੇਰੇ ਕੋਲ ਸ਼ਿਸ਼ ਤੇ ਬੜੇ ਬੜੇ ਕੈਲੀਬਰ ਵਾਲੇ ਹੋਣੇ, ਤੇ ਮੁਰਦਾ ਕਿਉਂ ਲਿਖ ਦਿੱਤਾ? ਮੁਰਦਾ ਹੋਏ ਮੁਰੀਦ ਨਾ ਗੱਲੀ ਹੋਣਾ, ਸਿਦਕ ਸ਼ਹੀਦ ਪਰਮ ਭੁੱਖ ਹੋਣਾ। ਸਾਰੇ ਜੋਗਨਾ ਨਾ ਹੱਸਣ ਰੋਕਣਾ। ਸੋ ਇਸ ਤਰ੍ਹਾਂ ਮੈਨੂੰ ਸਾਰੀ ਨਹੀਂ ਯਾਦ ਹੈਗੀ, ਕੁਝ ਪੰਕਤੀਆਂ ਮੈਨੂੰ ਯਾਦ ਆਈਆਂ। ਤੇ ਅਖੀਰ ਤੇ ਲਾਈਨ ਹੈਗੀ ਆ, ਚੰਦ ਮੁਬਾਰਕ ਭੁੱਖ ਖਲੋਣਾ। ਸ਼ਬਦ ਦਾ ਕਨਸੈਪਟ ਹੈ ਨਾ, ਇਹ ਕਨਸੈਪਟ ਕਿੱਥੇ ਕਾਮਯਾਬ ਹੈ? ਗੁਰੂ ਘਰ 'ਚ ਕਿਉਂ ਕਾਮਯਾਬ ਹੈ, ਤੇ ਅਦਰਵਾਈਜ਼ ਇਹ ਪੂਰਾ ਕਾਮਯਾਬ ਨਹੀਂ ਹੋ ਸਕਦਾ ਸੰਸਾਰ ਦੇ ਵਿੱਚ। ਇਹ ਵੀ ਨਾਲ ਦੇ ਨਾਲ ਮੇਰਾ ਕੁਐਸਚਨ ਹੈਗਾ। ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਆਦਲ ਨੇ, ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਜਦੋਂ ਆਪਣੇ ਦੋ ਸਾਨੇ ਲਾ ਲਏ, ਗੁਰੂ ਰਾਮਦਾਸ ਜੀ ਜੇਠਾ ਜੀ, ਦੇਖੋ ਜਦੋਂ ਪੇਪਰ ਹੁੰਦਾ ਹੈ ਤੇ ਸਾਰੇ ਇੰਨੇ ਇੰਟੈਲੀਜੈਂਟ ਨੇ ਤੇ ਗੁਰੂ ਦੇ ਇੰਨੇ ਸ਼ਹਿਰਦ ਨੇ, ਜੇ ਗੁਰੂ ਨੇ ਦੱਸਤਾ ਕਿ ਤੁਹਾਡਾ ਪੇਪਰ ਹੋ ਰਿਹਾ ਹੈ, then no one is going to fail। ਪੁੱਛਦੇ ਹੋ ਨਾ, ਤੁਹਾਡੇ ਕੁਐਸਚਨ ਤੋਂ ਜਿਹੜਾ ਇੰਟੈਲੀਜੈਂਟ ਜਿਹੜਾ ਤੁਹਾਡੇ ਡਿਸਾਈਪਲ ਦਾ ਆਨਸਰ ਲੱਭ ਜਾਂਦਾ ਕਿ ਐਕਚੁਅਲੀ ਤੁਸੀਂ ਕੁਐਸਚਨ ਪੁੱਛ ਕੇ what do you want to the answer to be, ਤੇ ਉਹ ਸਰ ਆਨਸਰ ਦੇ ਦਿੰਦਾ ਹੈ। ਸੋ ਗੁਰੂ ਘਰ ਦੇ ਵਿੱਚ ਜਦੋਂ ਵੀ ਇਮਤਿਹਾਨ ਹੋਇਆ, ਭਾਵੇਂ ਭਾਈ ਲਹਿਣਾ ਜੀ ਦਾ ਇਮਤਿਹਾਨ ਹੋਇਆ ਲੀਡਰਸ਼ਿਪ ਚੁਣਨ ਵਾਸਤੇ, ਤੇ ਭਾਵੇਂ ਗੁਰੂ ਰਾਮਦਾਸ ਜੀ ਜਿਹਨੂੰ ਜੇਠਾ ਜੀ ਕਹਿੰਦੇ ਸੀ ਉਸ ਵੇਲੇ, ਤੇ ਰਾਮਾ ਜੀ ਦਾ ਹੋਇਆ, ਉਹ ਬਿਨਾਂ ਦੱਸੇ ਇਮਤਿਹਾਨ ਹੋਇਆ। ਦੇ ਵਰ ਨੈਵਰ ਟੋਲਡ ਕਿ ਤੁਹਾਡਾ ਪੇਪਰ ਹੋ ਰਿਹਾ। ਪਹਿਲਾਂ ਸੰਗਤਾਂ ਨੂੰ ਦੱਸਣਾ ਸੀ, ਪਹਿਲਾਂ ਗੁਰੂ ਸਾਹਿਬ ਨੇ ਆਪਣੇ ਸਾਹਿਬਜ਼ਾਦਾ ਜੀ ਨੂੰ ਕਿਹਾ, ਭਾਈ ਸ਼੍ਰੀ ਚੰਦ ਜੀ ਨੂੰ, ਕਿ ਵੀ ਕੋਲਾ ਕੱਢ ਲਿਆਓ, ਚਿੱਕੜ ਡਿੱਗ ਪਿਆ, ਤੇ ਉਹਨਾਂ ਨੇ ਨਾ ਕਰ ਦਿੱਤੀ ਵੀ ਕੋਲੇ ਹੋਰ ਬੜੇ, ਮੈਂ ਨਵਾਂ ਲੈ ਆਉਂਦਾ ਵਾ, ਕੋਈ ਚਿੱਕੜ ਚ ਕੀ ਜ਼ਰੂਰਤ ਹੈਗੀ ਜਾਂਦੇ ਹੁੰਦੇ। ਸੋ ਕੁਐਸਚਨ ਕੋਲਾ ਕੱਢਣ ਦਾ ਨਹੀਂ ਸੀ, ਕੁਐਸਚਨ ਸੀ ਹੁਕਮ ਮੰਨਣ ਦਾ। ਆਪਣੀ ਸੋਚ ਜਿਹੜੀ ਮਨਮਤ ਖਤਮ ਹੋਏਗੀ ਤੇ ਗੁਰਮਤ ਐਂਟਰ ਕਰੇਗੀ। ਜਦ ਤੱਕ ਮਨਮਤ ਖਤਮ ਨਹੀਂ ਹੁੰਦੀ, ਗੁਰਮਤ ਤੇ ਐਂਟਰ ਕਰਨ ਦਾ there is no route। ਦਾ ਗੁਰਬਾਣੀ ਕਹਿੰਦੀ ਹੈ ਨਾ, ਇਹ ਰਸ ਸਾਡਾ, ਉਹ ਰਸ ਆਵਾ। ਗੁਰਬਾਣੀ ਦਾ ਰਸ ਆਉਣ ਵਾਸਤੇ ਸੰਸਾਰੀ ਰਸ ਛੱਡਾਂਗੇ ਤੇ ਆਣਗੇ, ਤੇ ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਤੇ ਜਦੋਂ ਗੁਰੂ ਦੀ ਮੱਤ ਆ ਜਾਏਗੀ ਤੇ ਮਨਮਤ ਦੀ ਸਪੇਸ ਖਤਮ ਹੋ ਜਾਏਗੀ। ਸੋ ਵੀ ਹੈਵ ਟੂ ਵਿਕੇਟ। ਤਦੀ ਕਿਹਾ ਗਿਆ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਨੇ ਪਾਈਏ। ਹੁਣ ਇਸੇ ਤਰ੍ਹਾਂ ਹੀ ਜਦੋਂ ਤੀਸਰੇ ਪਾਤਸ਼ਾਹ ਇਮਤਿਹਾਨ ਲੈਂਦੇ ਨੇ ਲੀਡਰਸ਼ਿਪ ਚੁਣਨ ਵਾਸਤੇ, ਸਰਵੈਂਟ ਲੀਡਰਸ਼ਿਪ, ਤੇ ਉਹ ਕੀ ਕਹਿੰਦੇ ਨੇ, ਅਬ ਬਣਾਓ ਜੀ ਥੜੇ ਬਣਾਓ, ਜਸਟ ਆਰਡਰ। ਬਣਾਣੇ ਕਿਸ ਤਰ੍ਹਾਂ ਦੇ ਬਣਾਣੇ, ਬਣਾਓ ਥੜੇ 'ਚ। ਤੇ ਦੋਨਾਂ ਨੇ ਥੜੇ ਬਣਾਣੇ ਸ਼ੁਰੂ ਕਰਤੇ। ਸ਼ਾਮ ਤੱਕ ਚੰਗੀ ਮਿਹਨਤ ਕਰਕੇ ਦੇ ਡਿਡ देयर ਬੈਸਟ। ਦੋਨੋਂ ਜਵਾਈ ਸਨ ਗੁਰੂ ਸਾਹਿਬ ਦੇ। ਤੇ ਸ਼ਾਮ ਨੂੰ ਜਦੋਂ ਰਾਉਂਡ ਲਾਉਣ ਆਏ ਚੈੱਕ ਕਰਨ ਵਾਸਤੇ, ਇਹਨਾਂ ਨੂੰ ਢਾ ਦਿਓ। ਕੋਈ ਰੀਜ਼ਨ ਨਹੀਂ ਦਿੱਤਾ ਕਿ ਕਿਉਂ ਢਾਣਾ, ਐਂਡ ਨੋ ਵਨ ਆਸਕਡ। ਦੋਨਾਂ ਨੇ ਨਹੀਂ ਪੁੱਛਿਆ। 1 ਦਿਨ 2 ਦਿਨ 3 ਦਿਨ 4 ਦਿਨ ਇਹੋ ਹੀ ਖੇਡ ਹੁੰਦੀ ਕਿ ਸਵੇਰ ਤੋਂ ਸ਼ਾਮ ਤੱਕ ਉਹ ਮਿਹਨਤ ਕਰਕੇ ਬਣਾਉਂਦੇ ਨੇ ਥੜਾ, ਤੇ ਗੁਰੂ ਸਾਹਿਬ ਆਉਂਦੇ ਨੇ ਖੀਰ ਤੇ ਦੇ ਕੇ ਕਹਿੰਦੇ ਨੇ ਢਾ ਦਿਓ। ਹੀ ਗਿਵਸ ਨੋ ਰੀਜ਼ਨ। ਚੌਥੇ ਪੰਜਵੇਂ ਦਿਨ ਕੀ ਹੁੰਦਾ ਹੈ, ਜਿਹੜੇ ਰਾਮਾ ਜੀ ਨੇ ਉਹ ਕਹਿ ਦਿੰਦੇ, ਮਗਰ ਉਹਨਾਂ ਬੁੜਬੁੜ ਕਰਨ ਲੱਗ ਪੈਂਦੇ ਨੇ ਥੋੜਾ ਜਿਹਾ। ਬੁੜਬੁੜ ਚਲੋ ਬੁਰਾ ਲਫ਼ਜ਼ ਹੈ, ਮੈਨੂੰ ਇਹ ਵਰਤਣਾ ਨਹੀਂ ਚਾਹੀਦਾ, ਆਪਣਾ ਮੀਨਿੰਗ ਦੇਣ ਵਾਸਤੇ ਇਹੋ ਜਿਹੇ ਲਫ਼ਜ਼ ਵਰਤਣੇ ਪੈਂਦੇ ਨੇ। ਉਹ ਮਨ ਦੇ ਵਿੱਚ ਥੋੜੀ ਜਿਹੀ ਕਿਰਕ ਆਉਂਦੀ ਹੈ ਕਿ ਨਾ ਤੇ ਕੋਈ ਕਾਰਨ ਦੱਸਦੇ ਨੇ ਕਿ ਨੁਕਸ ਹੈਗਾ, ਨਾ ਉਹਨੂੰ ਸੁਧਾਰਨ ਦਾ ਤਰੀਕਾ ਦੱਸਦੇ ਨੇ,
ਜਸਟ ਸਾਰੀ ਦਿਹਾੜੀ ਮਿਹਨਤ ਕਰੀਦੀ, ਆ ਕੇ ਕਹਿੰਦੇ ਢਾ ਦਿਓ, ਕੱਲ ਨੂੰ ਫਿਰ ਨਵੇਂ ਬਣਾਇਓ। ਤੇ ਕੁਝ ਦੱਸਣਾ ਤੇ ਚਾਹੀਦਾ ਹੈ ਕਿ ਜਸਟ ਉਹਨਾਂ ਦੇ ਮਨ ਚ ਇੰਨੀ ਕਿੰਤੂ ਆਈ। ਤੇ ਪਰ it is not to ask why, it's but to do and die। ਤੇ ਤੁਸੀਂ ਉੱਥੇ ਰੁਕ ਗਏ, ਤੁਹਾਡੀ ਫਰਦਰ ਤੁਸੀਂ ਗੁਰੂ ਨੂੰ ਕੈਚ ਨਹੀਂ ਕਰ ਸਕਦੇ, ਗੁਰੂ ਨੂੰ ਰਿਸੀਵ ਹੀ ਨਹੀਂ ਕਰ ਸਕਦੇ ਜੇ ਤੁਹਾਡੇ ਅੰਦਰ ਕਿੰਤੂ ਆ ਜਾਏ। ਇਸੇ ਵਾਸਤੇ ਜਿਹੜਾ ਇਹਨੂੰ ਫੇਥ ਕਿਹਾ ਗਿਆ, ਫੇਥ ਐਂਡ ਬਿਲੀਫ ਕਿਹਾ ਗਿਆ। ਵਿਦਆਊਟ ਫੇਥ ਤੁਸੀਂ ਗੁਰੂ ਦੀ ਸਿੱਖਿਆ ਦੇ ਹੱਕਦਾਰ ਨਹੀਂ ਬਣ ਸਕਦੇ। ਯੂ ਕੈਨ ਨਾਟ ਬੀ। ਤੁਸੀਂ ਜਜ਼ਬਾ ਤਕਸੀਮਾਂ ਤੇ ਕਰ ਸਕਦੇ ਹੋ ਪਰ ਉਹ ਚੀਜ਼ ਨਹੀਂ। ਸੋ ਇਸੇ ਤਰ੍ਹਾਂ ਤਦ ਗੁਰਗੱਦੀ ਮਿਲੀ ਜਿਹਨੂੰ ਬਿਨਾਂ ਬਿਲਕੁਲ ਬੈਸਟ ਸਰਵੈਂਟ ਹੋਇਆ, ਕਿਹੜਾ ਮੁਰਦਾ ਹੋਇਆ ਮਿਲੀ। ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪੈ ਆਪ ਵਿੱਚ। ਇਹਦੇ ਵਿੱਚ ਇਹੀ ਦੱਸਿਆ, ਦਰਸ਼ਨ ਹਰ ਦੇਖਣ ਕੇ ਤਾਈ ਮੈਂ ਕੀ ਕੁਛ ਕਰਨ ਨੂੰ ਤਿਆਰ ਹਾਂ, ਕਿਰਪਾ ਕਰੀ ਤਾਂ ਸਤਿਗੁਰ ਮਿਲੇ ਹਰ ਹਰ ਨਾਮ ਧਿਆਈ। ਅਗਲੀਆਂ ਪੰਕਤੀਆਂ ਮੈਂ ਸ਼ੇਅਰ ਕਰਨੇ ਤੇ ਚਾਹਨਾ, ਜੇ ਸੁਖ ਦੇ ਤਾਂ ਤੁਝੇ ਰਾਧੇ। ਸੇਵਕ ਦੇ ਕੋਲ ਕੰਡੀਸ਼ਨ ਨਹੀਂ ਕਿ ਮੈਨੂੰ ਸੁੱਖ ਹੀ ਚਾਹੀਦਾ, ਸੁੱਖ ਮੰਗੇਗਾ ਪਰ ਜੇ ਗੁਰੂ ਦੁੱਖ ਵੀ ਦੇਗਾ, ਨੋ ਕੰਪਲੇਂਟ ਐਟ ਆਲ। ਜੇ ਭੁੱਖ ਦੇ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁੱਖ ਬਣਾਏ ਤੇ ਭੁੱਖ ਨਾਲ ਹੀ ਤਾਂ ਰੱਜਾ ਮਹਿਸੂਸ ਕਰਾਂ। ਤਨ ਮਨ ਕਾਟ ਕਾਟ ਸਬਰ ਪੀ ਵਿੱਚ ਅਗਨੀ ਆਪ ਜਲਾਈ। ਪੱਖਾਂ ਫੇਰੀ ਪਾਣੀ ਢੋਵਾਂ ਤੇ ਖਾਣ ਵਾਸਤੇ ਜੋ ਦੇਵੇ ਸੁਖਾਈ ਹੈ ਸੁਖ ਹੈ, ਨੋ ਡਿਮਾਂਡ ਐਟ ਆਲ। ਸੁਖ ਹੈ ਤੇ ਅਖੀਰ ਤੇ ਕੀ ਨਾਨਕ ਗਰੀਬ ਤੈ ਪਿਆ ਦੁਆਰੇ ਅਦਮੇਰੀ। ਸੋ ਹਾਂਜੀ, ਜਿੱਥੇ ਇਹੀ ਬਸ ਜਿਹੜੀ ਚੀਜ਼ ਹੈ ਨਾ ਜੀ, ਇਹੀ ਬਸ ਮੁਰਦਾ ਹੋਏ ਮਰੀਦ ਵਾਲੀ ਗੱਲ ਆ ਜਿਹੜੀ ਮਹਾਰਾਜ ਸਾਨੂੰ ਸਿਖਾਉਣੀ ਚਾਹੁੰਦੇ ਆ। ਥੈਂਕ ਯੂ ਜੀ, ਬਿਊਟੀਫੁਲ ਪਰਸਪੈਕਟਿਵ ਤੁਸੀਂ ਜਿਹੜਾ ਪੇਸ਼ ਕੀਤਾ। ਹਾਂਜੀ ਵੀਰ ਜੀ, ਡਾਕਟਰ ਕਿਰਪਾਲ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਵਿਸ਼ੇ ਦੇ ਉੱਤੇ? ਤੁਹਾਡਾ ਮਿਊਟ ਹੋ, ਤੁਸੀਂ ਮਿਊਟ ਹੋ। ਹਾਂਜੀ, ਤੁਹਾਡੇ ਸਵਾਰੇ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਮੈਂ ਫਤਿਹ। ਤੁਹਾਡੇ ਸਾਰਿਆਂ ਨਾਲ ਸਹਿਮਤ ਹਾਂ। ਸਾਡੇ ਵਿੱਚ ਐਕਚੁਅਲੀ ਜਿਹੜਾ ਹੈਗਾ ਨਾ ਕ੍ਰਾਈਟੇਰੀਆ ਸਕਸੈਸ਼ਨ ਦਾ, ਗੁਰੂ ਨਾਨਕ ਸਾਹਿਬ ਨੇ ਆਪ ਹੀ ਦੇ ਦਿੱਤਾ ਪਹਿਲੀ ਪੌੜੀ ਦੇ ਵਿੱਚ ਹੀ, ਸਵਾਲ ਕਰਕੇ ਨਾ ਬਈ ਜਿਹੜਾ ਜ਼ਿੰਦਗੀ ਦਾ ਮੋਟਿਵ ਹੈ ਨਾ, ਸਚਿਆਰ ਪੁਣਾ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਿਆ ਪਾਓ। ਨਾਲ ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਦੀ ਖੇਡ ਹੀ ਵਰਦੀ ਦਿਖਾਈ ਹੈ ਸਾਰੇ ਪਾਸੇ, ਅੱਗੇ ਪਿੱਛੇ ਜਿੱਥੇ ਵੀ ਹੁਕਮ ਦਾ ਡਿਸਕ੍ਰਾਈਬ ਕਰਦੇ। ਹੁਕਮ ਹੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ, ਨਾਨਕ ਹੁਕਮ ਹੈ ਜੇ ਬੁਝੇ ਤਾਂ ਹਉ ਮੈਂ ਕਹੇ ਨਾ ਕੋਈ। ਅੱਗੇ ਕੀ ਆ, ਅਖੀਰ ਤੇ ਜਾ ਅਖੀਰਲੀ ਪੌੜੀ ਤੇ ਵੀ ਕਹਿੰਦੇ ਨੇ, ਸੱਚਖੰਡ ਵਸੈ ਨਿਰੰਕਾਰ ਕਰ ਵੇਖਿਆ ਨਦਰ ਨਿਹਾਲ। ਤਿੱਥੈ ਖੰਡ ਮੰਡਲ ਬ੍ਰਹਮੰਡ, ਜੇ ਕੋ ਕਥੈ ਤੰਤ ਨਾਮ, ਤਿੱਥੈ ਲੋ ਲੋ ਆਕਾਰ, ਜਿਵ ਜੇ ਹੁਕਮ ਦੇਵੈ ਦਿਵਕਾਰ। ਸਾਰੀ ਖੇਲ ਹੀ ਹੁਕਮ ਦੇ ਵਿੱਚ ਆ। ਜਿੰਨਾ ਜਿਹਨੇ ਸਮਝ ਲਈ ਗੱਲ ਹੁਕਮ ਦੀ, ਉਹੋ ਹੀ ਇਹ ਮਾਰਗ ਤੇ ਚੱਲ ਸਕਦਾ, ਉਹੀ ਇਹਨੂੰ ਅੱਗੇ ਲਿਜਾ ਸਕਦਾ। ਉਹਦੇ ਦੇ ਜਿਹੜੀਆਂ ਲੀਡਰਸ਼ਿਪ ਕੁਆਲਿਟੀਜ਼ ਜਿਹੜੀਆਂ ਨੇ ਨਾ ਪੈਦਾ ਹੁੰਦੀਆਂ ਨੇ। ਜਿਹੜੇ ਬੰਦੇ ਜ਼ਿਆਦਾ ਹੈਗੇ ਨੇ ਕਹਿੰਦੇ ਬਈ ਸਾਡੇ ਵਰਗਾ ਕੋਈ ਹੋਰ ਨਹੀਂ, ਬਾਕੀ ਦੇ ਸਾਰਿਆਂ ਨੂੰ ਕੁਛ ਆਉਂਦਾ ਹੀ ਨਹੀਂ, ਉਹਨਾਂ ਦੀ ਬੁਕਤ ਨਹੀਂ ਹੈ। ਗੁਰੂ ਘਰ ਦੇ ਵਿੱਚ ਤਾਂ ਹੁਕਮ 'ਚ ਰਹਿ ਕੇ ਸਾਂਝੀ ਵਾਲਤਾ ਅਡਾਪਟ ਕਰਕੇ, ਹੱਥ ਨਾਲ ਹੱਥ ਮਿਲਾ ਕੇ ਅੱਗੇ ਗਾਂ ਦੀ ਗੱਲ ਹੈ। ਤੇ ਇਸੇ ਨੂੰ ਹੀ ਮਹਾਰਾਜ ਨੇ ਕਿਹਾ ਹੈਗਾ, ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਬਰਿਆਓ, ਇਹ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਸੇ ਨੂੰ ਹੀ 10ਵੇਂ ਪਾਤਸ਼ਾਹ ਕਹਿੰਦੇ ਨੇ, ਖਾਲਸਾ ਅਕਾਲ ਪੁਰਖ ਕੀ ਫੌਜ। ਖਾਲਸਾ ਉਹ ਜੋ ਨਿਰਧਨ ਕੋ ਪਾਲੇ, ਖਾਲਸਾ ਸੋ ਜੋ ਦੁਸ਼ਕੋ ਗਾਲ ਹੈ। ਸੋ ਗੱਲ ਕੀ, ਸਾਡੇ ਤਾਂ ਸਾਰੀ ਜਿਹੜੀ ਹੈ ਨਾ ਇਹ ਲੀਡਰਸ਼ਿਪ ਦੀਆਂ ਕੁਆਲਿਟੀਜ਼ ਲੈ ਗੁਰੂ ਨਾਨਕ ਸਾਹਿਬ ਤੋਂ ਡਿਸਕ੍ਰਾਈਬ ਕੀਤੀਆਂ ਹੋਈਆਂ। ਬਾਕੀ ਗੁਰੂਆਂ ਨੇ ਉਹਨਾਂ ਨੂੰ ਗਾਂ ਦੀ ਗਾਂ ਇਨ ਦਾ ਕੰਟੈਕਸਟ ਆਫ ਟਾਈਮਸ ਉਹਨਾਂ ਨੂੰ ਹੋਰ ਸਮਝਾਉਣ ਦੇ ਲਈ ਸਾਡੇ ਲਈ ਉਭਾਰਿਆ, ਉਹਨਾਂ ਦੀ ਵਰਤੋਂ ਦੱਸੀ ਹੈ ਕਰਕੇ। ਤੇ ਜੇ ਉਹ ਨਹੀਂ ਕੁਆਲਿਟੀਜ਼, ਉਹਨਾਂ 'ਚ ਨਹੀਂ ਪੈਦਾ ਹੋ ਸਕਦੀਆਂ ਜਿਹੜੀਆਂ ਇਲੈਕਸ਼ਨ ਦੀਆਂ ਪ੍ਰੋਸੈਸ ਹੈ, ਉਹ ਉਹਨਾਂ ਦੇ ਵਿੱਚ ਹੀ ਪੈਦਾ ਹੁੰਦੀਆਂ। ਜਿਹੜੇ ਵੋਲੰਟੀਅਰਿਜ਼ਮ, ਜਿਹੜੇ ਅਪ੍ਰੈਂਟਿਸਸ਼ਿਪ ਲਈ ਤਿਆਰ ਹੁੰਦੇ ਨੇ, ਹਾਂਜੀ ਮੈਂ ਸਿੱਖਣ ਲਈ ਹਾਂ, ਵੋਲੰਟੀਅਰ ਨੇ, ਅੱਗੇ ਵੱਧਦੇ ਨੇ, ਉਹਨਾਂ 'ਚ ਉਹ ਪੈਦਾ ਕੀਤੀਆਂ ਜਾ ਸਕਦੀਆਂ ਨੇ। ਜਿਹੜੇ ਦੂਜੇ ਆ ਕਹਿੰਦੇ ਵੀ ਸਾਡੇ ਵਰਗਾ ਤਾਂ ਹੈ ਹੀ ਕੋਈ ਨਹੀਂ, ਮੈਂ ਮਾਈਟ ਇਜ਼ ਰਾਈਟ, ਜਿਹਦੀ ਲਾਠੀ ਉਹਦੀ ਭੈਂਸ ਵਾਲਾ, ਜਿਹਨਾਂ ਦਾ ਸੁਭਾਅ, ਉਹ ਲੀਡਰ ਨਹੀਂ ਬਣ ਸਕਦੇ। ਘੜੀ ਦੀ ਘੜੀ ਠੀਕ ਹੈ ਉਹਨਾਂ ਦੀ ਜੇ ਤਾਂ ਹੋ ਸਕਦੀ ਹੈ, ਪਰ ਦੇਰ ਇਜ਼ ਨੋ ਲੌਂਗ ਲਾਸਟਿੰਗ ਪ੍ਰੋਸੈਸ। ਸੋ ਅਰਜ਼ ਮੇਰੀ ਇਹੀ ਹੈ ਕਿ ਵੀ ਬਸ ਇਹ ਜਿਹੜਾ ਦੋਨੇ ਜਿਹੜਾ ਸਾਡਾ ਮਾਡਰਨ ਸਿਸਟਮ, ਸਾਡੇ ਖਾਮੀਆਂ ਪੈਦਾ ਹੋਣੀਆਂ ਜਿਹੜੀਆਂ ਨੇ, ਠੀਕ ਹੈ ਪੋਲੀਟੀਕਲ ਪ੍ਰੋਸੈਸ ਇਜ਼ ਡਿਫਰੈਂਟ, ਪਰ ਧਾਰਮਿਕ ਪ੍ਰੋਸੈਸ ਦੇ ਵਿੱਚ ਸਾਨੂੰ ਇਲੈਕਸ਼ਨ ਨਹੀਂ ਹੋਣੀ ਚਾਹੀਦੀ। ਇਹ
ਗੁਰੂ ਦੇ ਮਾਰਗ ਤੇ ਚੱਲਣ ਦਾ ਜਿਹੜਾ ਸਿਧਾਂਤ, ਉਸ ਹਿਸਾਬ ਨਾਲ ਹੀ ਆਪਣਾ ਸਕਸੈਸ਼ਨ ਫੈਨੋਮੀਨਾ ਕਾਇਮ ਰੱਖਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਹਾਂਜੀ, ਗੁਰਮਤਿ ਇਹੀ ਕਹਿੰਦੀ ਜੀ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਧਾਰੇ ਸੋਏ। ਇਲੈਕਸ਼ਨ ਦੇ ਵਿੱਚ ਤਾਂ I have to tell I'm better than you, so please keep me in mind when you cast your vote, ਕਿਉਂਕਿ ਮੈਂ ਤੁਹਾਡੇ ਨਾਲੋਂ ਚੰਗਾ। ਆਪਣੇ ਆਪ ਨੂੰ ਤਾਂ ਪੁੰਨੋ ਨੀਚ ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈਏ, ਜੇ ਜਰਮਾਨਾ ਪਰ ਹਰਿਆ ਚਰ ਵੇਸ ਕਰਿੰਦੀ ਆਈਏ। ਇਹ ਗੁਰਮਤਿ ਦਾ ਤਾਂ ਸਿਧਾਂਤ ਹੀ ਹੋਰ ਹੈ। ਤਾਂ ਹੀ ਮਹਾਰਾਜ ਨੇ ਕਿਹਾ ਵੀ ਤੇ ਭਗਤਾਂ ਤੇ ਸੰਸਾਰੀਆਂ ਮੇਲ ਕਦੇ ਨਾ ਆਇਆ। ਹਾਂਜੀ, ਕਿਉਂਕਿ ਗੁਰਮਤਿ ਦੀ ਚਾਲ ਹੈ ਨਾ, ਭਗਤਾਂ ਦੀ ਚਾਲ ਨਿਰਾਲੀ ਹੈ, ਇਹ ਗੁਰਮਤਿ ਦੀ ਚਾਲ ਵੀ ਨਿਰਾਲੀ ਹੈ। ਹਾਂਜੀ, ਡਾਕਟਰ ਵਾਸੂ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਦੇ ਉੱਤੇ, ਜਿਹੜਾ ਲੀਡਰਸ਼ਿਪ ਮਾਡਲ? ਸਾਡੇ ਜੋ ਲੀਡਰਸ਼ਿਪ ਮਾਡਲ ਦਿੱਤਾ ਹੈ ਗੁਰੂ ਸਾਹਿਬਾਨ ਨੇ, ਉਹ ਸੈਕਰੀਫਾਈਸ ਦਾ ਹੈ। ਆਪਣੇ ਆਪ ਨੂੰ ਜਿਹੜਾ ਕੁਰਬਾਨ ਕਰ ਸਕਦਾ ਹੈ, ਆਪਣੇ ਇੰਟਰਸਟਸ ਨੂੰ, ਆਪਣੇ ਹਿੱਤਾਂ ਨੂੰ, ਆਪਣੀ ਖੁਦਗਰਜ਼ੀ ਨੂੰ। ਦੇਖੋ ਜਿਹੜੇ ਲੀਡਰ ਨੇ ਅੱਜ ਕੱਲ੍ਹ ਦੇ, ਉਹ ਕੌਮ ਕੋਲੋਂ ਵੋਟਾਂ ਲੈਂਦੇ ਨੇ। ਵੋਟਾਂ ਲੈ ਕੇ ਮਤਲਬ ਹੈ ਕਿ ਰਾਜਨੀਤਿਕ ਸ਼ਕਤੀ ਲੋਕਾਂ ਕੋਲ ਲੈਣੀ ਹੈ, ਤੇ ਜਦੋਂ ਰਾਜਨੀਤਿਕ ਸ਼ਕਤੀ ਆ ਜਾਣੀ ਹੈ, ਉਹ ਸ਼ਕਤੀ ਦਾ ਪ੍ਰਯੋਗ ਆਪਣੇ ਫੈਮਲੀਜ਼ ਨੂੰ, ਆਪਣੀਆਂ ਜਾਇਦਾਦਾਂ ਨੂੰ, ਆਪਣੇ ਜ਼ਮੀਨਾਂ ਬਣਾਉਣ ਤੇ ਲਾਣਾ। ਯਾਨੀ ਸ਼ਕਤੀ ਲੋਕਾਂ ਕੋਲੋਂ ਲਈ ਹੈ, ਤੇ ਲੋਕਾਂ ਤੇ ਨਹੀਂ ਵਰਤੀ ਜਾ ਰਹੀ, ਆਪਣੇ ਇੰਟਰਸਟ ਨੂੰ ਵਰਤੀ ਜਾ ਰਹੀ ਹੈ। ਗੁਰੂਆਂ ਨੇ ਵੀ ਸਾਰੇ ਪੰਜਾਬ ਨੂੰ ਮਗਰ ਲਾਇਆ ਸੀ। ਗੁਰੂਆਂ ਨੇ ਸਾਰੇ ਪੰਜਾਬ ਨੂੰ ਮਗਰ ਲਾ ਕੇ ਆਪਣੀ ਜਾਇਦਾਦਾਂ ਬਣਾਉਣ ਤੇ ਨਹੀਂ ਜ਼ੋਰ ਦਿੱਤਾ, ਉਹਨਾਂ ਕੌਮ ਨੂੰ ਬਣਾਉਣ ਤੇ ਜ਼ੋਰ ਦਿੱਤਾ। ਹੁਣ 5 ਪਿਆਰੇ ਸਾਡੇ ਗੁਰੂ ਨੇ, ਗੁਰੂ 5 ਪਿਆਰੇ ਥਾਪੇ ਗਏ ਨੇ, ਪਰ ਪਿਆਰੇ ਉਹ ਤਾਂ ਗੁਰੂ ਬਣੇ ਨੇ 5 ਪਿਆਰੇ, ਉਹਨਾਂ ਪਹਿਲੇ ਸੀਸ ਭੇਟ ਕੀਤੇ ਨੇ, ਉਹਨਾਂ ਕੁਰਬਾਨੀ ਦਿੱਤੀ ਹੈ। ਤੇ ਜਿਹੜਾ ਸੀਸ ਭੇਟ ਕਰ ਸਕਦਾ, ਦੇਖੋ ਜਿਨਨੇ ਸਾਨੂੰ ਪ੍ਰਾਣ ਦਿੱਤੇ ਨੇ, ਜਿਨਨੇ ਸਰੀਰ ਦਿੱਤਾ, ਉਸ ਪਰਮਾਤਮਾ ਦਾ ਸਭ ਕੁਝ ਸਮਝਣਾ। ਤੇ ਪਰਮਾਤਮਾ ਕਿੱਥੇ ਹੈ? ਲੋਕਾਂ ਵਿੱਚ। ਲੋਕਾਂ ਦੇ ਲਈ ਜੋ ਆਪਣੇ ਸਿਰ ਨੂੰ, ਕੁਰਬਾਨੀ ਨੂੰ ਵਾਰ ਸਕਦਾ, ਉਹ ਲੀਡਰ ਬਣ ਸਕਦਾ ਹੈ। ਗੁਰੂ ਅਰਜਨ ਸਾਡੇ ਲੀਡਰ ਬਣੇ ਨੇ, ਤੱਤੀ ਤਵੀ ਤੇ ਬੈਠੇ। ਗੁਰੂ ਤੇਗ ਬਹਾਦਰ ਸਾਹਿਬ ਦੀ ਚੋਣ ਕੀਤੀ ਹੈ ਗੁਰੂ ਹਰਕ੍ਰਿਸ਼ਨ ਜੀ ਨੇ, ਬਾਬਾ ਬਕਾਲੇ। ਉਹ ਇੱਕ ਬਾਬਾ ਬਕਾਲਾ ਸ਼ਬਦ ਕਹਿਣ ਨਾਲ ਉਹਨਾਂ ਸਾਰੇ ਧੀਰ ਮੱਲੀਏ ਜਿੰਨੇ ਸੀਗੇ, ਉਹਨਾਂ ਦੀ ਆਸਾਂ ਤੇ ਪਾਣੀ ਫੇਰ ਦਿੱਤਾ। ਉਹਨਾਂ ਕਿਹਾ ਕੋਈ ਧੀਰ ਵੱਲ ਨਹੀਂ ਚੱਲੇਗਾ, ਇੱਥੇ ਗੁਰੂ ਤੇਗ ਬਹਾਦਰ ਬਾਬਾ ਬਕਾਲੇ ਬੈਠਾ ਹੈ। ਔਰ ਉਹ ਲੀਡਰ ਦੀ ਜੋ ਚੋਣ ਕੀਤੀ ਛੋਟੀ ਉਮਰ ਦੇ ਗੁਰੂ ਹਰਕ੍ਰਿਸ਼ਨ ਨੇ, ਉਹ ਕਿਤਨੇ ਪ੍ਰਫੁੱਲਤ ਹੋਈ। ਉਹ ਕਿਸ ਤਰ੍ਹਾਂ ਉਹਨਾਂ ਨੇ ਸਾਰੇ ਦੁਨੀਆ ਦੇ ਸਿਧਾਂਤ ਦਿੱਤਾ ਕਿ ਅਸੀਂ ਸਾਰੀ ਦੁਨੀਆ ਦੇ ਧਰਮਾਂ ਲਈ ਆਪਣੀ ਜਾਨ ਕੁਰਬਾਨ ਕਰਨੇ ਆ। ਤਾਂ ਸਾਡਾ ਜਿਹੜਾ ਲੀਡਰ ਹੈ, ਉਹ ਤਾਂ ਆਪਣੀ ਖੁਦਗਰਜ਼ੀ ਤਾਂ ਉਹਦੀ ਹੈ ਹੀ ਕਿਤੇ ਨਹੀਂ, ਉਹ ਤਾਂ ਕੌਮ ਦਾ ਹੈ। ਕੌਮ ਨੇ ਉਹਨੂੰ ਬਣਾਇਆ, ਉਹ ਕੌਮ ਨੂੰ ਬਣਾਏਗਾ, ਨਾ ਕਿ ਆਪਣੇ ਜਾਇਦਾਦਾਂ ਬਣਾਏਗਾ। ਮੈਂ ਬੜਾ ਹੈਰਾਨ ਹੁੰਨਾ ਕਿ ਸਿੱਖ ਧਰਮ ਦੇ ਜਿਹੜੇ ਨੇਤਾ ਨੇ, ਉਹਨਾਂ ਨੂੰ ਪਤਾ ਹੀ ਕੋਈ ਨਹੀਂ ਸਿੱਖੀ ਕੀ ਹੈ। ਸਰਵ ਧੜੇਬਾਜ਼ ਲੋਕ ਨੇ ਜਿਨ੍ਹਾਂ ਨੇ ਸਾਡੇ ਧਰਮ ਨੂੰ ਜਿਹੜਾ ਅਗਵਾ ਕੀਤਾ ਹੋਇਆ। ਧਰਮ ਅਗਵਾ ਹੋ ਚੁੱਕਾ ਸਾਡਾ, ਮਾਇਆ ਧਾਰੀਆਂ ਦੇ ਰਾਹੀਂ ਔਰ ਕਾਰਪੋਰੇਟਰੀਆਂ ਦੇ ਰਾਹੀਂ, ਔਰ 4-4 ਕਰੋੜ ਦੇ ਫੁੱਲ ਲਾਈ ਜਾਂਦੇ ਨੇ। ਕਮਾਲ ਹੋ ਗਈ। ਗੁਰੂ ਜਿਹੜਾ ਆਪਣੇ ਆਪ ਨੂੰ ਸਜਾਣਾ, ਹਰਿਮੰਦਰ ਨੂੰ ਸਜਾਈ ਜਾਂਦੇ ਨੇ, ਆਪਣਾ ਆਪਾ ਸਜਾਣਾ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਇਸ ਕਰਕੇ ਸਾਨੂੰ ਬਹੁਤ ਅਸੀਂ ਗੁੰਮਰਾਹ ਹੋ ਚੁੱਕੇ ਹਾਂ। ਸਾਨੂੰ ਜੜ੍ਹਾਂ ਦੇ ਨਾਲ ਜੁੜਨ ਦੀ ਜ਼ਰੂਰਤ ਹੈ, ਸਾਨੂੰ ਇਤਿਹਾਸ ਨਾਲ ਜੁੜਨ ਦੀ ਜ਼ਰੂਰਤ ਹੈ। ਜਿਹੜਾ ਕਿ ਤੁਸੀਂ ਉਦਮ ਉਪਰਾਲਾ ਕਰ ਰਹੇ ਹੋ, ਇਹ ਬਹੁਤ ਕਮਾਲ ਦਾ ਵਿਸ਼ਾ ਹੈ ਕਿ ਲੀਡਰ ਕਿੱਦਾਂ ਦਾ ਹੋਣਾ ਚਾਹੀਦਾ ਹੈ, ਨੇਤਾ ਕਿੱਦਾਂ ਦਾ ਹੋਣਾ ਚਾਹੀਦਾ ਹੈ। ਤਾਂ ਨੇਤਾ ਖੁਦਗਰਜ਼ ਨਾ ਹੋਵੇ, ਨੇਤਾ ਪ੍ਰਣਪਾਲ ਹੋਵੇ, ਗੁਰੂ ਦੇ ਬਚਨਾਂ ਤੇ ਵਿਕਣ ਵਾਲਾ ਹੋਵੇ, ਗੁਰੂਆਂ ਵਰਗਾ ਹੋਵੇ। ਉਹ ਸਿੱਖ ਹੁੰਦਾ ਹੀ ਹੋਵੇ ਜਾਂ ਗੁਰੂ ਵਰਗਾ। ਜਿਹੜਾ ਸਿੱਖ ਤੇ ਗੁਰੂ 'ਚ ਭੇਦ ਮੜਾ ਕੇ ਚੱਲਦਾ, ਉਹ ਗੁੰਮਰਾਹ ਸਿੱਖ ਹੈ। ਸਿੱਖ ਤੇ ਗੁਰੂ 'ਚ ਸਾਡੇ ਕੋਈ ਭੇਦ ਨਹੀਂ ਹੈ। ਖਾਲਸਾ ਮੇਰਾ ਰੂਪ ਹੈ, ਖਾਲਸੇ ਮੈਂ ਹਾਂ ਕਰੋ ਨਵਾਜ਼। ਡਾਕਟਰ ਸਾਹਿਬ ਕਹਿ ਰਹੇ ਸਨ ਖਾਲਸਾ ਅਕਾਲ ਪੁਰਖ ਕੀ ਫੌਜ। ਉਹਦਾ ਮਤਲਬ ਹੈ ਕਿ ਅਸੀਂ ਅਕਾਲ ਪੁਰਖ ਦੇ ਆਰਡਰ ਵਿੱਚ ਹਾਂ, ਨਾ ਕਿ ਕਿਸੇ ਧੜੇਬਾਜ਼ ਦੇ ਆਰਡਰ 'ਚ ਹਾਂ। ਜਿਹੜਾ ਧੜੇ 'ਚ ਗਿਆ ਉਹ ਸਮਝੋ ਸਿੱਖ ਨਾ ਰਿਹਾ। ਸਿੱਖ ਦਾ ਧੜਾ ਜਿਹੜਾ ਉਹ ਅਕਾਲ ਪੁਰਖ ਦਾ ਧੜਾ ਹੈ। ਧੰਨਵਾਦ ਜੀ। ਹਾਂਜੀ ਹਾਂਜੀ, ਬਿਲਕੁਲ, ਇਹ ਬਿਲਕੁਲ ਗੱਲ ਦਰੁਸਤ ਹੈ ਜੀ। ਸਿੱਖ ਦਾ ਮਹਾਰਾਜ ਦੀ ਬਾਣੀ ਦੇ ਵਿੱਚ ਵੀ ਆਉਂਦਾ
ਜਿਹੜਾ ਸ਼ਬਦ ਹੈ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੀ ਸ਼ਬਦ ਹੈ ਕਿ ਆਉਂਦੇ ਕਹਿੰਦੇ ਹਮ ਹਰਸਿਓ ਧੜਾ ਕੀਆ ਮੇਰੀ ਹਟੇਕ ਮੈਂ ਹਰ ਬਿਨ ਪਖ ਧੜਾ ਵਰਨਾ ਕੋਈ ਹੋ ਹਰ ਗੁਣ ਗਾਵਾਂ ਅਸੰਖ ਅਨੇਕ। ਉਹਦੇ ਚ ਕਹਿ ਵੀ ਰਹੇ ਨੇ ਨਾਲੇ ਸ਼ੁਰੂ ਦੇ ਵਿੱਚ ਹੀ ਕਹਿੰਦੇ ਕਿਸੀ ਧੜਾ ਕੀਆ ਮੇਰੇ ਸੁਤ ਨਾਲ ਭਾਈ, ਕਿਸੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਰਾ ਧੜਾ ਹਰ ਰਿਹਾ ਸਮਾਈ। ਹਾਂਜੀ ਬਸ ਆ ਹੈ। ਲੇਕਿਨ ਅਸੀਂ ਮਹਾਰਾਜ ਦੀ ਬਾਣੀ ਤੋਂ ਵੀ ਅਗਿਆਨੀ ਹਾਂਜੀ, ਹਮੰਦਲੇ ਅਗਿਆਨ ਹੀਨ ਅਗਿਆਨੀ ਕਿਉਂ ਚਾਲਾ ਮਾਰਗਤ ਪੰਥਾ। ਆਹ ਗੱਲ ਇੱਥੇ ਆ ਕੇ ਖੜੀ ਹੈ। ਆਈ ਥਿੰਕ ਗੁਰੂ ਦਾ ਗਿਆਨ ਸਾਨੂੰ ਲੈਣ ਦੀ ਲੋੜ ਹੈ। ਗੁਰੂ ਦੇ ਗਿਆਨ ਦੇ ਵਿੱਚ ਬੜੀ ਤਾਕਤ ਹੈ। ਗੁਰੂ ਦੇ ਗਿਆਨ ਦੇ ਵਿੱਚ ਜ਼ਿੰਦਗੀ ਦੀ ਟਰਾਂਸਫਰਮੇਸ਼ਨ ਹੈ। ਗੁਰੂ ਦੇ ਗਿਆਨ ਬੜਾ ਕੁਝ ਸਾਨੂੰ ਦੇ ਸਕਦਾ ਹੈ। ਇਹ ਤੁਹਾਡਾ ਸਾਰਿਆਂ ਦਾ ਬੜਾ ਬੜਾ ਧੰਨਵਾਦ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਆਪਣੇ ਸਰਦਾਰ ਮੇਘਰਾਜ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਲੀਡਰਸ਼ਿਪ ਮਾਡਲ ਦੇ ਉੱਤੇ? ਤੁਹਾਡੇ ਕੀ ਵਿਊਜ਼ ਨੇ? ਹੈਗੇ ਹੋ ਤੁਸੀਂ? जी वाहिगुरु जी का खालसा वाहिगुरु जी की फतेह। वाहिगुरु जी की फतेह जी। गुरु साहब ने एक बहुत बड़ी बात बताई थी, जो गुरु नानक साहब कह रहे भाई जो पंथ को अगर उजाड़ने वाले हैं ना, तो 3 बंदे बताए उन्होंने, मतलब पंडित, योगी तो दूसरे। तो आज की डेट में हमारे गुरुद्वारे के प्रधान और सेक्रेटरी ये वो दूर मतलब दूर की बात हो तो गुरुद्वारे प्रधान के सेक्रेटरी सही हो तो मेरे ख्याल से कौम कभी भी पीछे नहीं हटेगी। तो मैं इसके ऊपर एक थोड़ी सी शायरी लिखी है कि गुरुद्वारों के प्रधान और सेक्रेटरी कैसे होने चाहिए। जैसे गुरुद्वारों के प्रधान और सेक्रेटरी होंगे वैसे ही वो प्रचारक रखेंगे, जैसे प्रचारक होंगे वैसे ही वो कौम के अंदर प्रचारक पैदा करेंगे। अगर गुरुद्वारों के प्रधान सेक्रेटरी झूठे और बेईमान होंगे तो वे प्रचारक भी झूठे और बेईमान ही रखेंगे। अगर झूठे और बेईमान प्रचारक होंगे तो खुद का भी और कौम का भी नुकसान करेंगे। अगर गुरुद्वारों के प्रधान सेक्रेटरी सच्चे और ईमानदार होंगे तो वह सच्चे और ईमानदारी प्रचारक रखेंगे। अगर सच्चे और ईमानदार प्रचारक होंगे तो वह खुद का भी और कौम का फायदा करेंगे। जब गुरुद्वारों के प्रधान सेक्रेटरी और प्रचारक ईमानदार होंगे तभी कौम के अंदर सच्चे लीडर पैदा होंगे। जब सच्चे प्रधान सेक्रेटरी और प्रचारक होंगे तभी कौम और दुनिया के लोग तरक्की करेंगे। वाहिगुरु जी का खालसा वाहिगुरु जी फतेह। ਵਾਹਿਗੁਰੂ ਜੀ। ਹਾਂਜੀ ਠੀਕ ਹੈ ਜੀ। ਉਹ ਜੇ ਬੇਸਿਕਲੀ ਤੁਸੀਂ ਉਹੀ ਗੱਲ ਕਹਿ ਰਹੇ ਹੋ ਜਿਹੜੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿ ਰਹੇ ਨੇ ਵੀ ਜਿਹੜਾ ਕਾਜ਼ੀ ਸੀ, ਜੋਗੀ ਸੀ, ਬ੍ਰਾਹਮਣ ਸੀ, ਉਹ ਤਿੰਨਾਂ ਨੂੰ ਕਿਹਾ ਤੀਨੇ ਉਜਾੜੇਗਾ ਬੰਦ। ਬੇਸਿਕਲੀ ਜਿੰਨੀ ਵੀ ਉਸ ਵੇਲੇ ਦੀ ਪ੍ਰਵੇਲੈਂਟ ਰਿਲੀਜੀਅਸ ਲੀਡਰਸ਼ਿਪ ਸੀ ਦੇ ਵਰ ਮੋਰਲੀ ਐਂਡ ਐਥੀਕਲੀ ਬੈਂਕਰਪਟ। ਉਹ ਸਾਡੇ ਵੀ ਅੱਜ ਦੇਖਣ ਚ ਆ ਰਹੀ ਹੈ ਲੀਡਰਸ਼ਿਪ ਮਾਡਲ, ਚਾਹੇ ਉਹ ਗੁਰਦੁਆਰਿਆਂ ਦੇ ਆ, ਚਾਹੇ ਉਹ SGPC ਹੈ, ਚਾਹੇ ਉਹ ਅਕਾਲੀ ਦਲ ਹੈ, ਸਿਆਸਤੀ ਪਾਰਟੀ ਹੈ। ਬਟ ਇਹ ਜਿਹੜੇ ਮਾਡਲਸ ਦੇ ਵਿੱਚ ਸਾਡਿਆਂ ਦੇ ਵਿੱਚ ਵੀ ਇਹ ਜਿਹੜੀਆਂ ਗੱਲਾਂ ਆ ਰਹੀਆਂ ਨੇ, ਇਹ ਸਾਰੇ ਜਿਹੜੇ ਨੇ ਇਹ ਚੁਣੌਤੀ ਐਕਚੁਅਲੀ ਇਹਦੇ ਵਿੱਚ ਕਸੂਰਵਾਰ ਅਸੀਂ ਵੀ ਐਜ਼ ਐਨ ਇੰਡੀਵਿਜੂਅਲ ਸਾਨੂੰ ਵੀ ਘੋਖਣ ਦੀ ਲੋੜ ਆ। ਕਿਉਂਕਿ ਜੇ ਅਸੀਂ ਤਾਂ ਲੀਡਰ ਬਣਾਉਂਦੇ ਆ ਡੈਮੋਕ੍ਰੇਸੀ ਸਿਸਟਮ ਦੇ ਵਿੱਚ, ਜਿੱਥੇ ਇਲੈਕਸ਼ਨ ਪ੍ਰੋਸੈਸ ਆ ਉੱਥੇ ਲੀਡਰ ਅਸੀਂ ਵੀ ਚੁਣਦੇ ਆ। ਸੋ ਅਸੀਂ ਆਪਣੀ ਵੋਟ ਦਾ ਹੱਕ ਉੱਥੇ ਬੋਤਲ ਪਿੱਛੇ ਜਾਂ ਦੂਜੇ ਦੇ ਸਕਦੇ ਆ, ਜਾਂ ਹੋਰ ਜੀ ਉਹ ਫਲਾਣੇ ਪਰਿਵਾਰ ਦਾ ਬੰਦਾ ਉਹਦੇ ਕਰਕੇ ਅਸੀਂ ਨੈਪਟਿਜ਼ਮ ਫੇਵਰੇਟਿਜ਼ਮ ਕਰਕੇ ਅਸੀਂ ਦੇ ਰਹੇ ਆ। ਸਾਨੂੰ ਵੀ ਵੋਟ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ, ਚਾਹੇ ਉਹ ਇੱਥੇ ਵੈਸਟਰਨ ਸੁਸਾਇਟੀ ਹੈ ਚਾਹੇ ਈਸਟਰਨ ਸੁਸਾਇਟੀ ਹੈ, ਤਾਂ ਕਿ ਲੀਡਰ ਉਹ ਬਣਦਾ ਜਿਹੜਾ ਲੀਡਰਸ਼ਿਪ ਦੇ ਕਾਬਿਲ ਹੋਵੇ। ਸੋ ਜਿੱਦਾਂ ਦੇ ਲੋਕੀ ਲੀਡਰ ਚਾਹਣਗੇ ਉਦਾਂ ਦੇ ਲੀਡਰ ਆਉਣਗੇ। Government is bad if the people are bad. If people selects the government, so is the government. Government is of the people, by the people, for the people. Same thing principle applies ਆਪਣੇ ਰਿਲੀਜੀਅਸ ਪਲੇਸ ਦੇ ਵਿੱਚ ਵੀ। ਭਾਈ ਜੇ ਚੁਣੇ ਜਾਂਦੇ ਨੇ ਬੰਦੇ, ਚੁਣਦੇ ਤਾਂ ਲੋਕੀ ਹੋਈ ਆ। ਜੇ ਲੋਕੀ ਨਹੀਂ ਚੁਣਦੇ ਸਹੀ ਉਹਦੀ ਹੱਕ ਵਰਤੋਂ ਕਰਦੇ ਤਾਂ ਲੋਕੀ ਡਿਜ਼ਰਵ ਉਦਾਂ ਦੇ ਗੰਦੇ ਲੀਡਰ ਜੇ ਉਹ ਨਹੀਂ ਹੈ। ਹਾਂਜੀ ਹਾਂਜੀ ਬਾਸੂ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ ਇੱਕ ਵਿਚਾਰ ਮਨ ਚ ਆ ਰਿਹਾ ਸੀ ਬਈ ਜਿਨ੍ਹਾਂ ਲਾਈਫ ਮਾਡਲ ਜਿਹੜੇ ਨੇ ਜੋ ਆਚਰਨ ਦੇ ਮਾਡਲ ਗੁਰੂਆਂ ਨੇ ਰਿਜੈਕਟ ਕਰ ਦਿੱਤੇ, ਉਹ ਫਿਰ ਮਾਡਲ ਸਾਡੇ ਸਾਹਮਣੇ ਆ ਗਏ ਨੇ। ਲੀਡਰ ਗੁਰੂ ਦੁਆਰਾ ਰਿਜੈਕਟ ਕੀਤੇ ਹੋਏ ਪਦਾਰਥਵਾਦੀ ਲੋਕ, ਜਿਵੇਂ ਕਿ ਪ੍ਰਿਥੀ ਚੰਦ ਸੀਗਾ, ਉਹ ਸਿਰਫ ਗੁਰੂ ਦੀ ਜਦਾਦ ਨੂੰ ਵੀ ਮੰਨਦਾ ਸੀ ਵੀ ਜਦਾਦ ਹੀ ਹੈ, ਇਸ ਕਰਕੇ ਉਹ ਗੁਰੂਸ਼ਿਪ ਚਾਹੁੰਦਾ ਸੀ। ਉਹ ਜਿਸ ਤਰ੍ਹਾਂ
ਗਿਆ ਸੀ ਰਾਮ ਰਾਏ, ਉਹ ਔਰੰਗਜ਼ੇਬ ਦੇ ਦਰਬਾਰ ਦੇ ਜਲਵਿਆਂ 'ਚ ਆ ਗਿਆ ਸੀ, ਉਹਨੂੰ ਆਪਣੀ ਸੂਰਤ ਮਨ ਬੋਲੀ ਭੁੱਲ ਗਈ। ਤੇ ਅੱਜ ਕੱਲ ਦੇ ਕਈ ਲੀਡਰ ਜਿਹੜੇ ਨੇ ਉਹ ਜਲਵਿਆਂ ਦੇ ਵਿੱਚ ਜਿਹੜੇ ਰਾਜਨੀਤਿਕ ਲੋਕ ਰਾਜਨੀਤੀ ਜਿਹੜੇ ਕਰ ਰਹੇ ਨੇ, ਜੋ ਸ਼ਾਹੀ ਜੋ ਇੰਚਾਰਜ ਬਣੇ ਹੋਏ ਨੇ, ਉਹਨਾਂ ਦੇ ਦਰਬਾਰ ਦੇ ਜਲਵਿਆਂ 'ਚ ਉਹਨਾਂ ਦੇ ਧੜਿਆਂ ਜਾ ਰਹੇ ਨੇ। ਉਹ ਹੀ ਨੇ ਜਿਹੜੇ ਪ੍ਰਿਥੀ ਚੰਦੀਏ ਨੇ ਜਾਂ ਜਿਹੜੇ ਰਾਮ ਰਾਈਏ ਨੇ। ਤੋ ਰਾਮ ਰਾਏ ਨੇ ਆਪਣੀ ਸੂਰਤ ਮਨ ਬੋਲ ਭੁਲਾ ਕੇ ਤੇ ਔਰੰਗਜ਼ੇਬ ਦੇ ਵੱਲ ਆਕਰਸ਼ਿਤ ਹੋ ਗਿਆ। ਏਦਾਂ ਕਈ ਲੀਡਰ ਅੱਜ ਕੱਲ ਵੀ ਜਿਹੜੇ ਨੇ ਉਹ ਆਪਣੀ ਸੂਰਤ ਮਨ ਬੋਲ ਭੁਲਾ ਕੇ ਤੇ ਮਟੀਰੀਅਲਿਸਟਿਕ ਦੇ ਲਈ ਆਪਣਾ ਅਗਵਾ ਹੋ ਰਹੇ ਨੇ, ਆਪਣੇ ਆਪ ਨੂੰ ਅਗਵਾ ਕਰਵਾ ਰਹੇ ਨੇ। ਇਸ ਕਰਕੇ ਉਹ ਲਾਈਫ ਮਾਡਲ ਜਿਹੜੇ ਗੁਰੂਆਂ ਨੇ ਰਿਜੈਕਟ ਕੀਤੇ, ਉਹ ਲਾਈਫ ਮਾਡਲ ਅੱਜ ਅੱਗੇ ਆ ਰਹੇ ਨੇ। ਇਸ ਕਰਕੇ ਕੌਮ ਜਿਹੜੀ ਹੈ ਉਹ ਭੰਬਲ ਭੂਸੇ 'ਚ ਪਈ ਹੋਈ ਹੈ। ਆਪਾਂ ਇਹ ਜਿਹੜਾ ਟੌਪਿਕ ਹੈ ਬੜਾ ਟਾਈਮਲੀ ਟੌਪਿਕ ਹੈ, ਬੜੀ ਇਹ ਕੇਅਰਫੁਲ ਡਿਲੀਬਰੇਸ਼ਨ ਵੀ ਮੰਗਦਾ ਹੈ ਤੇ ਆਪਾਂ ਨੂੰ ਵੀ ਸਿੱਖਣ ਦੀ ਲੋੜ ਹੈ ਇਹਦੇ ਵਿੱਚੋਂ। ਸੋ ਵੀ ਵਿਲ ਕੀਪ ਦਿਸ ਟੌਪਿਕ ਕੰਟੀਨਿਊ ਨੈਕਸਟ ਵੀਕ ਇਹਦੇ ਵਿੱਚ ਹੀ, ਕਿਉਂਕਿ ਇਹਦੇ ਵਿੱਚ ਅਸੀਂ ਇੱਕ ਪਾਸੇ ਲੀਡਰਸ਼ਿਪ ਮਾਡਲ ਗੁਰਮੁਖ ਦਾ ਜਿਹੜਾ ਗੁਰੂ ਮਹਾਰਾਜ ਨੇ ਦਿੱਤਾ, ਦੂਜਾ ਉਹਦੇ ਚ ਕੁਆਲਿਟੀਜ਼ ਜਿਹੜੀਆਂ ਲੀਡਰ ਦੀਆਂ ਹੋਣੀਆਂ ਚਾਹੀਦੀਆਂ, ਤੀਸਰਾ ਇਹ ਵੀ ਸੀ ਇੱਕ ਐਸਪੈਕਟ ਵੀ ਭਾਈ ਦੇਖੋ ਜਦੋਂ ਅਕਾਲ ਪੁਰਖ ਦੇ ਬੰਨਿਓ ਸੱਦਾ ਹੁੰਦਾ ਹੈ, ਜਦੋਂ ਭਾਣੇ ਵਾਪਰਦੇ ਨੇ ਗੁਰੂ ਰੂਪੀ ਗੁਰੂ ਜੋਤ, ਜਦੋਂ ਜੋਤੀ ਜੋਤ ਸਮਾਏ ਨੇ, ਤਾਂ ਉਦੋਂ ਸਿੱਖਾਂ ਲਈ ਕੀ ਉਪਦੇਸ਼ ਸੀ। ਇਹ ਚੀਜ਼ਾਂ ਘਰ ਘਰ ਇਹੋ ਪਹੁੰਚਾ ਸਕਦੇ ਨੇ, ਤਪਵਾਨੇ ਵਾਪਰਦੇ ਨੇ, ਸਾਡੇ ਘਰਾਂ 'ਚ ਵੀ ਆ ਰਹੇ ਨੇ। ਵੱਡੇ ਸ਼ੇਖ ਆਤੀ ਜਗ ਨਾ ਕੋਈ ਥਿਰ ਰਿਹਾ, ਜਿਤ ਆਸਣ ਹਮ ਬੈਠੇ ਕਿਤੇ ਬੈਸ ਗਿਆ। ਹਾਂਜੀ, ਸਾਰਿਆਂ ਤੇ ਆਉਣੇ ਨੇ। ਸੋ ਸਾਨੂੰ ਕੀ ਕਰਨਾ ਚਾਹੀਦਾ, ਸਾਡਾ ਉਸ ਵੇਲੇ ਕੀ ਰਿਐਕਸ਼ਨ ਹੋਣਾ ਚਾਹੀਦਾ। ਅਗਲੇ ਹਫਤੇ ਆਉਂਦੇ ਬੁੱਧਵਾਰ ਨੂੰ ਅਸੀਂ ਲੀਡਰਸ਼ਿਪ ਮਾਡਲ ਦੇ ਲਈ ਸਾਡੇ ਲਈ ਕੀ ਸੇਧ ਹੈ, ਕੀ ਗਵਾਹੀ ਹੈ, ਕੀ ਕੁਝ ਕਰਨਾ ਚਾਹੀਦਾ, ਪਲੱਸ ਵਾਹਿਗੁਰੂ ਜੀ ਦੇ ਅਕਾਲ ਪੁਰਖ ਦੇ ਭਾਣੇ 'ਚ ਰਹਿਣ ਦੇ ਲਈ ਕਿਸ ਤਰ੍ਹਾਂ ਦੀਆਂ ਉਹਨੇ ਸਾਨੂੰ ਜਿਹੜੀਆਂ ਟੈਕਨੀਕ ਸੋਝੀ ਵਗੈਰਾ ਦੱਸੀ ਹੈ, ਉਹਦੇ ਬਾਰੇ ਆਪਾਂ ਵਿਚਾਰ ਕਰਾਂਗੇ ਜੀ। ਅੱਜ ਦੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਤੁਸੀਂ ਸਾਰੇ ਸੱਜਣ ਜਿਹੜੇ ਆਏ ਨੇ, ਜਿਨ੍ਹਾਂ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ ਨੇ, ਇਹ ਵਿਚਾਰ ਸਾਰਿਆਂ ਦੇ ਆਪਣੇ ਨੇ। ਸਾਰਿਆਂ ਨੂੰ ਮੁਬਾਰਕ ਹੋਣ ਤੁਹਾਡੇ ਵਿਚਾਰ, ਬਟ ਦਿਸ ਇਜ਼ ਇਨ ਨੋ ਵੇ ਦਾ ਅਫੀਸ਼ੀਅਲ ਪਾਲਿਸੀ ਆਫ ਵਾਇਸ ਆਫ ਮਾਨਵਤਾ। ਜਿਹੜੀਆਂ ਚੀਜ਼ਾਂ ਤੁਹਾਨੂੰ ਚੰਗੀਆਂ ਲੱਗਣ ਪੱਲੇ ਬੰਨ ਲੈਣਾ, ਸੁਧਾਰ ਲੈਣਾ, ਨਾ ਚੰਗੀਆਂ ਲੱਗਣ ਇਗਨੋਰ ਕਰ ਦੇਣੀਆਂ ਜੀ। ਤੁਹਾਡੇ ਸਾਰਿਆਂ ਨੂੰ, ਅੱਜ ਦੇ ਸਪੀਕਰ ਨੂੰ, ਸੁਣਨ ਵਾਲਿਆਂ ਨੂੰ, ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸੱਜਣਾਂ ਨੂੰ, ਸਾਰਿਆਂ ਨੂੰ ਜੀਓ ਆਇਆਂ। ਇਹ ਪ੍ਰੋਗਰਾਮ ਦੇ ਵਿੱਚ ਹੋਰ ਵੀ ਅਸੀਂ ਇਹਨੂੰ ਕਿਸ ਤਰ੍ਹਾਂ ਵਧੀਆ ਬਣਾ ਸਕਦੇ ਹਾਂ, ਆਪਦੇ ਤਨ ਮਨ ਧਨ ਦੇ ਨਾਲ ਜਿਹੜੇ ਸੁਝਾਅ ਨੇ ਸੇਵਾ ਕਰੋ ਜੀ। ਤੁਸੀਂ ਆਪਣੇ ਜਿਹੜੇ ਸਰਦਾਰ ਮੇਘਰਾਜ ਸਿੰਘ ਹੁੜੀਆ, ਫੀਲ ਫਰੀ ਟੂ ਕੰਟੈਕਟ ਐਂਡ ਪ੍ਰੋਵਾਈਡ ਯੂਰ ਗਾਈਡੈਂਸ, ਐਡਵਾਈਸ ਐਂਡ ਜਿਹੜੀ ਮੋਨੀਟਰੀ ਸਪੋਰਟ ਆ ਜੋ ਵੀ ਤੁਸੀਂ ਕਰ ਸਕਦੇ ਹੋ। ਇੱਕ ਵਾਰ ਫਿਰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਤੇ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।